ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨशाह ਕਿਰਪਾਲੂ ਦਿਆਲੂ ਸਰਬ ਕਲਾ ਸਮਰੱਥ ਚਵਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਧਾਨ ਹਜੂਰ ਦਾਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਮਾਲਕ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਸਰਬੰਸ ਦਾਨੀ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਬਾਦਸ਼ਾਹ ਦਰਵੇਸ਼ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਨ੍ਹਾਂ ਮਹਾਨ ਪਾਵਨ ਪਵਿੱਤਰ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਜੀ ਦੀ ਪਾਵਨ ਇਲਾਹੀ ਸਰਜ਼ਮੀਨ ਤੇ ਗੁਰੂ ਕੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਸਾਹਿਬ ਦੇ ਤਰਸ ਦੇ ਪਾਤਰ ਬਣੀਏ। ਪਾਤਸ਼ਾਹ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਨਾਲ ਨਿਵਾਜਿਆ ਕਿ ਮਨੁੱਖਾ ਸਰੀਰ ਬਖਸ਼ਿਸ਼ ਕਰਕੇ ਆਪਣੇ ਪਾਵਨ ਸਰਗੁਣ ਸਰੂਪ ਦੀਆਂ ਬਾਤਾਂ ਗੁਰ ਇਤਿਹਾਸ ਕਹਿਣ ਸੁਣਨ ਦਾ ਸੁਭਾਗ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਅਕਾਲ ਪੁਰਖ ਪਰਮੇਸ਼ਰ ਨੇ ਸਰਗੁਣ ਸਰੂਪ ਦੇ ਅੰਦਰ ਆ ਕਰਕੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰੂਪ ਅੰਦਰ ਜੋ ਕੌਤਕ ਕੀਤੇ, ਜਗਤ ਜਲੰਦੇ ਨੂੰ ਸਾਡੇ ਵਰਗੇ ਬੜੇ ਪਾਪੀਆਂ ਦਾ ਉਧਾਰ ਕੀਤਾ। ਚਲਦਿਆਂ ਚਲਦਿਆਂ ਇਹ ਪਾਵਨ ਜੋਤ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੀਰ ਅੰਦਰ ਵਰਤ ਰਹੀ ਹੈ। ਦਾਤਾਰ ਪਾਤਸ਼ਾਹ ਜਿਵੇਂ ਜਿਵੇਂ ਜੀਵਾਂ ਦਾ ਉਧਾਰ ਕਰ ਰਹੇ ਹਨ, ਕੱਲ੍ਹ ਦੇ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹਾਂ ਕਿ ਹਜੂਰ ਗੁਰੂ ਹਰਗੋਬਿੰਦ ਮਹਾਰਾਜ ਜੀ ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਇੱਧਰ ਸਤਿਗੁਰਾਂ ਦੇ ਪਿਆਰੇ ਭਾਈ ਬਿਧੀ ਚੰਦ ਸਾਹਿਬ ਜੀ ਜੋ ਦੋਨੋਂ ਘੋੜੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਦਸ਼ਾਹ ਕੋਲ ਸਨ, ਭਾਈ ਬਿਧੀ ਚੰਦ ਸਾਹਿਬ ਜੀ ਬੜੀ ਜੁਗਤ ਦੇ ਨਾਲ ਉਹ ਦੋਨੋਂ ਘੋੜੇ ਲੈ ਕੇ ਪਹੁੰਚਦੇ ਹਨ। ਵਾਰੀ ਵਾਰੀ ਇਹ ਸਾਰਾ ਕਾਰਜ ਸੰਪੂਰਨ ਹੋਇਆ। ਪਾਤਸ਼ਾਹ ਜੀ ਨੂੰ ਦੱਸ ਦਿੱਤਾ ਹੈ ਕਿ ਮਹਾਰਾਜ ਫੌਜਾਂ ਵੀ ਇੰਝ ਸਮਝੋ ਜਿਵੇਂ ਮੈਂ ਆਇਆ ਛੇਤੀ ਨਾਲ, ਫੌਜਾਂ ਵੀ ਛੇਤੀ ਦੇ ਨਾਲ ਆ ਹੀ ਰਹੀਆਂ ਹਨ। ਪਾਤਸ਼ਾਹ ਜੀ ਨੇ ਭਾਈ ਜੋਧ ਨੂੰ ਹੁਕਮ ਕੀਤਾ ਹੈ, ਰਾਏ ਜੋਧ ਨੂੰ, ਕਿ ਤੂੰ ਪ੍ਰਬੰਧ ਕਰ, ਜੰਗ ਲੜਨਾ ਹੈ। ਉਹਨੇ ਫਿਰ ਜਿਵੇਂ ਬੇਨਤੀ ਰੂਪ ਵਿੱਚ ਕਿਹਾ ਹੈ ਕਿ ਮਹਾਰਾਜ ਜੀ, ਜੇ ਇੱਕ ਪੱਖ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪ ਜੀ ਇੱਧਰ ਉੱਧਰ ਥੋੜ੍ਹਾ ਸਮਾਂ ਵਿਚਰ ਲਓ ਤਾਂ ਕਿ ਇਹ ਜੰਗ ਦਾ ਸਮਾਂ ਜਿਹੜਾ ਟਲ ਜਾਏ, ਇਹ ਨਾ ਹੋਵੇ। ਮਹਾਰਾਜ ਬਾਦਸ਼ਾਹੀ ਫੌਜਾਂ ਬਹੁਤ ਨੇ, ਆਪਣੇ ਕੋਲ ਸੂਰਮੇ ਜਿਹੜੇ ਬਹੁਤ ਘੱਟ ਗਿਣਤੀ ਦੇ ਵਿੱਚ ਨੇ, ਅਤੇ ਆਪਾਂ ਕਿਵੇਂ ਨਾ ਕਿਵੇਂ ਸਮਾਂ ਜਿਹੜਾ ਗੁਜ਼ਾਰ ਦਈਏ। ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਉਂਦਿਆਂ ਕਿ ਨਹੀਂ ਰਾਏ ਜੋਧ, ਅਸਲ ਵਿੱਚ ਜਿਹੜਾ ਸੂਰਮਾ ਹੈ ਉਹਦਾ ਧਰਮ ਹੀ ਇਹ ਹੁੰਦਾ ਹੈ ਕਿ ਉਹ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰ ਲਏ, ਪਰ ਕਦੀ ਵੀ ਜੰਗ ਤੋਂ ਮੂੰਹ ਨਾ ਫੇਰੇ। ਅਸੀਂ ਇਹ ਐਸਾ ਦਾਗ ਕਦੀ ਵੀ ਨਾ ਕਿਸੇ 'ਤੇ ਲਾਵਾਂਗੇ, ਨਾ ਲੱਗਣ ਦੇਵਾਂਗੇ। ਸੋ ਪਾਤਸ਼ਾਹ ਜੀ ਕਹਿੰਦੇ ਨੇ ਜੰਗ 'ਤੇ ਲੜਾਂਗੇ, ਤਿਆਰੀ ਕੀਤੀ ਜਾਵੇ। ਸੋ ਰਾਏ ਜੋਤ ਫਿਰ ਜਿਵੇਂ ਦੱਸਦਾ ਹੈ ਕਿ ਮਹਾਰਾਜ ਫਿਰ ਜਿੰਨਾ ਕੁ ਮੈਨੂੰ ਇਸ ਇਲਾਕੇ ਦਾ ਪਤਾ ਹੈ, ਮਹਾਰਾਜ ਇੱਕ ਪਾਸੇ ਸੋਹਣਾ ਵਸਦਾ ਹੋਇਆ ਜੰਗਲ ਹੈ, ਕੁਝ ਖਾਲੀ ਇਲਾਕਾ ਵੀ ਹੈ, ਅਤੇ ਉੱਥੇ ਮਹਾਰਾਜ ਜੀ ਇੱਕ ਪਾਣੀ ਦਾ ਸਰੋਤ ਮਿਲ ਸਕਦਾ ਹੈ ਜਿੰਨਾ ਮੈਨੂੰ ਪਤਾ ਹੈ। ਸੋ ਮਹਾਰਾਜ ਜੀ ਜੰਗ ਲੜਨ ਦੇ ਵਾਸਤੇ ਕੋਈ ਪਾਣੀ ਮਿਲ ਜਾਵੇ, ਉਹਦੇ 'ਤੇ ਕਬਜ਼ਾ ਹੋ ਜਾਵੇ, ਅਤੇ ਦੁਸ਼ਮਣ ਦੀਆਂ ਫੌਜਾਂ ਜਿਹੜੀਆਂ ਨੇ ਉਹ ਛੇਤੀ ਹਾਰ ਮੰਨ ਜਾਣਗੀਆਂ, ਕਿਉਂਕਿ ਕੁਝ ਸੂਰਮੇ ਜਿਹੜੇ ਜੰਗ ਮੈਦਾਨ ਵਿੱਚ ਮਰ ਜਾਣਗੇ, ਕੁਝ ਸੂਰਮੇ ਜਿਹੜੇ ਧਿਆਏ ਮਰ ਜਾਣਗੇ, ਅਤੇ ਮਹਾਰਾਜ ਜੰਗ ਜਿੱਤ ਸਕਦੇ ਆ। ਸੋ ਰਾਏ ਜੋਧ ਫਿਰ ਇਹ ਕਾਰਜ ਤੂੰ ਕਰ, ਲੱਭ ਐਸਾ ਅਸਥਾਨ। ਸੋ ਰਾਏ ਜੋਧ ਢੂੰਡ ਭਾਲ ਵਿੱਚ ਤੁਰਿਆ। ਪਾਤਸ਼ਾਹ ਜੀ ਦੇ ਕੋਲ ਸਾਰਾ ਕੁਛ ਜਿਹੜਾ ਹੈ ਉਹ ਵਰਣਨ ਕਰ ਦਿੱਤਾ ਹੈ। ਹਜੂਰ ਪਾਤਸ਼ਾਹ ਜੀ ਫਿਰ ਅੰਮ੍ਰਿਤ ਵੇਲੇ ਜਦੋਂ ਤੁਰਨ ਲੱਗੇ ਨੇ, ਤਿਆਰੀ ਹੋਈ, ਇਸ਼ਨਾਨ ਪਾਨ ਹੋਏ, ਇੱਧਰੋਂ ਰਾਏ ਜੋਧ ਨੇ ਵੀ ਸੁਨੇਹਾ ਭੇਜ ਦਿੱਤਾ ਸੀ, ਮਹਾਰਾਜ ਮੈਨੂੰ ਵੀ ਲੈ ਕੇ ਚੱਲਿਓ, ਮੈਂ ਵੀ ਚੱਲਾਂਗਾ, ਜਾਂ ਮੈਂ ਵੀ ਸ਼ਹਾਦਤ ਪ੍ਰਾਪਤ ਕਰਨੀ, ਜਾਂ ਮੈਂ ਵੀ ਲੜਨਾ ਹੈ, ਮੈਂ ਵੀ ਜੂਝਣਾ ਹੈ। ਉਹਦੇ ਘਰਵਾਲੀ ਨੇ ਬੜਾ ਉਹਦਾ ਹੌਸਲਾ ਵਧਾਇਆ ਸੀ। ਸੋ ਪਾਤਸ਼ਾਹ ਜੀ ਦੇ ਨਾਲ ਆਏ, ਅਤੇ ਫਿਰ ਚੱਲਦਿਆਂ ਚੱਲਦਿਆਂ ਹਜੂਰ ਪਾਤਸ਼ਾਹ ਨਾਲ ਰਸਤੇ ਦੇ ਵਿੱਚ ਭਾਈ ਬਿਧੀ ਚੰਦ ਸਾਹਿਬ ਜੀ ਜੋ ਘੋੜੇ ਲੈ ਕੇ ਆਏ ਨੇ, ਬੜੇ ਸੋਹਣੇ ਤਰੀਕੇ ਨਾਲ ਸਤਿਗੁਰੂ ਜੀ ਸਿੱਖ ਦੀ ਉਸਤਤ ਕਰਦੇ ਨੇ। ਯਾਦ ਰੱਖੀਏ, ਜ਼ਿੰਦਗੀ ਗੁਰੂ ਕੀ ਉਸਤਤ ਕਰਦਾ ਹੈ, ਗੁਰੂ ਕੀ ਵਡਿਆਈ ਕਰਦਾ ਹੈ, ਪਰ ਜਦੋਂ ਸਿੱਖ ਵੀ ਕੋਈ ਬਹੁਤ ਚੜ੍ਹਦੀ ਕਲਾ ਵਾਲਾ ਕਾਰਜ ਕਰੇ ਤੇ ਗੁਰੂ ਵੀ ਸਿੱਖ ਦੀ ਵਡਿਆਈ ਕਰਦਾ ਹੈ। ਇਤਿਹਾਸ ਵਿੱਚ ਬੜੇ ਪੰਨੇ ਆਪ ਜੀ ਪਲਟ ਕੇ ਦੇਖੋਗੇ। ਇਹਨੂੰ ਇੰਝ ਸਮਝ ਲਈਏ
ਜਿਵੇਂ ਸਾਡਾ ਧੀ ਪੁੱਤ ਕੋਈ ਬੜਾ ਸੋਹਣਾ ਕਾਰਜ ਕਰਕੇ ਆਵੇ ਤੇ ਆਪਾਂ ਆਪ ਮੁਹਾਰੇ ਕਿਤੇ ਵੀ ਬੈਠੇ ਹੋਈਏ ਤੇ ਆਪ ਮੁਹਾਰੇ ਸਾਡੀ ਜ਼ੁਬਾਨ ਜਿਹੜੀ ਉਹਦੀ ਸਿਫਤ ਕਰੇਗੀ ਵੀ ਤੈਨੂੰ ਪਤਾ ਹੈ ਕੱਲ ਸਾਡੇ ਬੱਚੇ ਨੇ ਆ ਇਨਾਮ ਜਿੱਤਿਆ। ਭਾਵੇਂ ਅਗਲੇ ਨੇ ਨਾ ਵੀ ਪੁੱਛਿਆ ਹੋਵੇ, ਆਪਾਂ ਤਾਂ ਵੀ ਗੱਲ ਜਿਹੜੀ ਉਹਦੇ ਸਾਹਮਣੇ ਰੱਖਾਂਗੇ। ਸਾਡੇ ਬੱਚੇ ਇੰਨੇ ਸਿਆਣੇ ਨੇ, ਸਾਡੇ ਬੱਚੇ ਇੰਨੇ ਸੂਝਵਾਨ ਨੇ, ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਆਹ ਸੋਹਣਾ ਕਾਰਜ ਇੱਕ ਕਰਕੇ ਦਿਖਾਇਆ, ਸਾਨੂੰ ਖੁਸ਼ੀ ਹੋਈ ਹੈ। ਇੰਝ ਜਦੋਂ ਸਿੱਖ ਵੀ ਕੋਈ ਚੜ੍ਹਦੀ ਕਲਾ ਵਾਲਾ ਕਾਰਜ ਕਰਦਾ ਹੈ ਤੇ ਗੁਰੂ ਵੀ ਸਿੱਖ ਦੀ ਬੜੀ ਉਸਤਤ, ਬੜੀ ਵਡਿਆਈ ਕਰਦਾ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਇਹ ਸਾਰੀ ਵਾਰਤਾਲਾਪ ਕਰ ਰਹੇ ਸਨ ਤੇ ਕੱਲ ਅਖੀਰਲੀ ਪੰਕਤੀ ਸੀ, ਹਰਖਤ ਕਹਿ ਬਿਦ ਆਪ ਸੁਧਾਰੇ। ਬੜੇ ਪਿਆਰ ਦੇ ਨਾਲ ਰਾਏਜੋਧ ਕਹਿਣ ਲੱਗਾ, ਮਹਾਰਾਜ ਇਹ ਤੁਹਾਡੀ ਰਹਿਮਤ ਹੈ, ਤੁਸੀਂ ਭਾਈ ਬਿਧੀ ਚੰਦ ਸਾਹਿਬ ਜੀ ਦੇ ਸਿਰ ਹੱਥ ਰੱਖਿਆ, ਇੰਨਾ ਵੱਡਾ ਕਾਰਜ ਜਿਹੜਾ ਸੰਪੂਰਨ ਹੋਇਆ। ਇਹ ਕਹਿ ਕੇ ਰਾਏਜੋਧ ਵੀ ਬੜਾ ਹਰਖਸ਼ਿਤ ਹੈ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਵੀ ਬੜੇ ਖੁਸ਼ ਹਨ। ਇੱਥੋਂ ਤੱਕ ਕੱਲ ਆਪਾਂ ਇਸ ਪਾਵਨ ਲੜੀ ਨੂੰ ਸਰਵਣ ਕੀਤਾ ਹੈ। ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ, ਕੱਲ ਉਹਨਾਂ ਨੇ ਆਪ ਜੀ ਦੇ ਨਾਲ ਇੱਥੋਂ ਤੱਕ ਸਾਂਝ ਕੀਤੀ ਹੈ। ਆਓ ਅਸੀਸਾਂ ਬਖਸ਼ਿਸ਼ ਕਰੋ, ਅਗਲੀ ਪਾਵਨ ਲੜੀ ਨੂੰ ਪ੍ਰਾਰੰਭ ਕਰੀਏ। ਜਿਤਨੇ ਵੀ ਸਰੀਰ ਸੰਸਾਰ ਭਰ ਵਿੱਚ ਬਹਿ ਕੇ ਕਿਤੇ ਵੀ ਕੋਈ ਸਰਵਣ ਕਰ ਰਿਹਾ ਹੈ, ਆਓ ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅਪਰ ਕਹਾਂ ਲਗ ਕਰਬ ਵਡਾਈ। ਫਿਰ ਬੜੇ ਪਿਆਰ ਦੇ ਨਾਲ ਕਵੀ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਹਜੂਰ ਪਾਤਸ਼ਾਹ ਜਿਵੇਂ ਆਪਣੇ ਸਿੱਖ ਦੀ ਵਡਿਆਈ ਕਰਦੇ ਨੇ, ਫਿਰ ਜਿਹੜੇ ਘੋੜੇ ਦੇ ਉੱਤੇ ਪਾਤਸ਼ਾਹ ਜੀ ਸੁਭਾਏਮਾਨ ਬਿਰਾਜਮਾਨ ਹਨ, ਉਸ ਘੋੜੇ ਦੇ ਗੁਣਾਂ ਦਾ ਵੀ ਵਰਣਨ ਕਰਦੇ ਨੇ। ਤਾਂ ਕਵੀ ਸਾਹਿਬ ਜੀ ਕਹਿੰਦੇ ਕਿੱਥੋਂ ਤੱਕ ਇਹ ਸਾਰੇ ਗੁਣਾਂ ਦਾ ਵਰਣਨ ਕੀਤਾ ਜਾ ਸਕੇ। ਤੁਰੰਗਨ ਕੇ ਗੁਣ ਇੱਕ ਥਾਈ। ਜਿਹੜੇ ਘੋੜਿਆਂ ਦੇ ਅੰਦਰ ਸਾਰੇ ਸ਼ੁਭ ਗੁਣ ਹੁੰਦੇ ਹਨ ਨਾ, ਗੁਣ ਗਨ ਇੱਕ ਥਾਈ। ਇੰਜ ਕਹਿ ਲਓ ਦੁਨੀਆ ਭਰ ਦੇ ਸਾਰੇ ਘੋੜਿਆਂ ਦੇ ਗੁਣ ਇੱਕ ਉਸ ਪਾਵਨ ਘੋੜੇ ਦੇ ਅੰਦਰ ਭਰੇ ਹੋਏ ਨੇ, ਜਿਸ ਦੇ ਉੱਤੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਵਾਰ ਹਨ। ਕਾਂਗੜ ਤੇ ਦੱਖਣ ਦਿਸ ਗਏ। ਕਾਂਗੜ ਨਗਰ ਤੋਂ ਹਜੂਰ ਪਾਤਸ਼ਾਹ ਜੀ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਚਲੇ ਗਏ ਹਨ। ਮਹਾ ਉਜਾੜ ਬਿਲੋਕਤ ਭਏ। ਕੀ ਦੇਖਦੇ ਨੇ ਪਾਤਸ਼ਾਹ ਕਿ ਸਾਰੇ ਪਾਸੇ ਉਜਾੜ ਹੀ ਉਜਾੜ ਹੈ। ਕਿਉਂਕਿ ਮਾਲਵੇ ਦੇ ਵਿੱਚ ਜਿਹੜੇ ਆਪਾਂ ਰਹਿੰਦੇ, ਤੁਹਾਨੂੰ ਪਤਾ ਹੋਏਗਾ ਮਾਲਵਾ ਪਹਿਲਾਂ ਬਹੁਤ ਘੱਟ ਕਿਤੇ ਵਸਦਾ ਸੀ, ਸਾਰੇ ਪਾਸੇ ਰੇਤਲਾ ਇਲਾਕਾ, ਉਜਾੜ ਹੀ ਉਜਾੜ ਹੁੰਦੀ ਸੀ ਤਕਰੀਬਨ। ਇੱਥੇ ਵਾਰੇ ਜਾਈਏ ਗੁਰ ਕਲਗੀਧਰ ਪਾਤਸ਼ਾਹ ਤੋਂ, ਜਿਨ੍ਹਾਂ ਦਾ ਜ਼ਿਕਰ ਇਤਿਹਾਸ 'ਚ ਆਉਂਦਾ ਹੈ ਕਿ ਜਦੋਂ ਸਾਹਿਬ ਪਾਤਸ਼ਾਹ ਨੇ ਭਾਈ ਡੱਲੇ ਨੂੰ ਕਿਹਾ ਸੀ, ਡੱਲਿਆ ਦੇਖ ਕਿੰਨੀਆਂ ਲਹਿਲਾਉਂਦੀਆਂ ਫਸਲਾਂ ਨੇ। ਉਹਨੇ ਕਿਹਾ ਸੀ, ਨਹੀਂ ਮਹਾਰਾਜ ਮੈਨੂੰ ਤੇ ਰੇਤ ਉੱਡਦੀ ਦਿਸਦੀ ਹੈ ਜਾਂ ਸਰਕੰਡਾ ਜਿਹਾ ਕਾਈ ਜੀ ਖੜੀ ਹੋਈ ਹੈ। ਪਾਤਸ਼ਾਹ ਕਹਿੰਦੇ ਨਹੀਂ ਦੇਖ ਕਿੰਨਾ ਸੋਹਣੀਆਂ ਫਸਲਾਂ ਖੜੀਆਂ ਨੇ। ਉਹਨੇ ਦੂਜੀ ਦਫਾ ਵੀ ਇਹੀ ਬਚਨ ਕਿਹਾ ਸੀ। ਫਿਰ ਤੀਜੀ ਦਫਾ ਜਦੋਂ ਪਾਤਸ਼ਾਹ ਨੇ ਕਿਹਾ ਨਹੀਂ ਡੱਲਿਆ ਦੇਖ ਕਿੰਨੀ ਸੋਹਣੀ ਫਸਲ ਖੜੀ ਹੋਈ, ਕਿੰਨਾ ਲਹਿਲਾਉਂਦੀ ਫਸਲ ਜਿਹੜੀ ਉਹ ਝੂਮਦੀ ਪਈ ਹੈ। ਤੀਜੀ ਦਫਾ ਸਮਝ ਆਈ, ਕਹਿੰਦਾ ਹਾਂ ਮਹਾਰਾਜ ਜੀ। ਪਾਤਸ਼ਾਹ ਕਹਿੰਦੇ ਡੱਲਿਆ ਅਸਲ ਦੇ ਵਿੱਚ ਇਹ ਸਾਰਾ ਕੁਝ ਹੋ ਤੇ ਪਹਿਲਾਂ ਹੀ ਜਾਣਾ ਸੀ, ਜੇ ਤੂੰ ਪਹਿਲਾਂ ਹੀ ਬਚਨ ਮੰਨ ਲੈਂਦਾ। ਚੱਲ ਕੋਈ ਨਹੀਂ, ਤੂੰ ਤੀਜੇ ਬਚਨ ਦੇ ਵਿੱਚ ਹਾਮੀ ਭਰੀ ਹੈ, ਸਮਾਂ ਆਏਗਾ ਮਾਲਵਾ ਮਾਲੋ ਮਾਲ ਹੋਏਗਾ। ਇਹ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਅਸੀਸਾਂ ਬਖਸ਼ਿਸ਼ਾਂ ਦਿੱਤੀਆਂ ਸੀ ਮਾਲਵੇ ਨੂੰ, ਤਾਂ ਹੀ ਅੱਜ ਜੇ ਮਾਲਵੇ ਵਿੱਚ ਆਪਣੀ ਖੇਤੀ ਖੜੀ ਹੈ, ਮਾਲਵਾ ਹਰਿਆਵਲ ਨਾਲ ਭਰਿਆ ਹੈ, ਮਾਲਵੇ ਨੇ ਤਰੱਕੀ ਕੀਤੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਅਸੀਸਾਂ, ਸਾਹਿਬ ਜੀ ਨੇ ਕਿਹਾ ਸੀ ਸਮਾਂ ਆਏਗਾ ਮਾਲੋ ਮਾਲ ਮਾਲਵਾ, ਨਹੀਂ ਤੇ ਮਾਲਵਾ ਅੱਜ ਵੀ ਮਾਫ ਕਰਿਓ ਕਿਤੇ ਰੇਤ ਉੱਡਦਾ ਹੋਣਾ ਸੀ। ਸੋ ਇਸ ਤਰ੍ਹਾਂ ਉਜਾੜ ਸੀ ਸਾਰੇ ਪਾਸੇ। ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਇਹ ਦੱਖਣ ਦਿਸ਼ਾ ਵੱਲ ਨੂੰ ਜਾ ਰਹੇ ਹਨ। ਭਰਿਓ ਬਿਮਲ ਜਸ ਤਾਲ ਨਿਹਾਰਾ। ਉਹ ਜਿਸ ਤਾਲ, ਜਿਸ ਪਾਣੀ ਦੇ ਸਰੋਤ ਦੀ ਗੱਲ ਰਾਏਜੋਧ ਨੇ ਕੀਤੀ ਸੀ, ਉਹ ਬਿਲਕੁਲ ਪਾਣੀ ਦੇ ਨਾਲ ਭਰਿਆ ਹੈ, ਨਿਰਮਲ ਜਲ, ਐਨ ਸਵੱਛ ਪਾਣੀ ਉਹਦੇ ਵਿੱਚ ਖੜਾ ਹੈ। ਜੋਧ ਰਾਏ ਗੁਰ ਸੰਗ ਉਚਾਰਾ। ਰਾਏਜੋਧ ਨੇ ਬੜੇ ਪਿਆਰ ਨਾਲ ਹਜੂਰ ਪਾਤਸ਼ਾਹ ਜੀ ਦੇ ਨਾਲ ਵਾਰਤਾਲਾਪ ਕਰਦਿਆਂ ਕਹਿਣਾ ਕੀਤਾ, ਮਹਾਰਾਜ ਇਹੋ ਥਾਨ ਮਹਾਨਾ। ਕਿ ਮਹਾਰਾਜ ਜੀ ਆ ਸਾਹਮਣੇ ਜਿਹੜਾ ਥਾਂ, ਜਿਹੜਾ ਪਾਣੀ ਦਾ ਆ ਸਰੋਤ ਖੜਾ ਹੈ ਨਾ, ਜੋ ਛੱਪੜੀ ਰੂਪ ਅੰਦਰ ਕਹਿ ਲਈਏ, ਸਰੋਵਰ ਰੂਪ ਅੰਦਰ ਕਹਿ ਲਈਏ, ਭਾਵ ਪਾਣੀ ਖੜਾ ਹੋਇਆ, ਟੋਭੇ ਰੂਪ ਅੰਦਰ ਕਹਿ ਲਈਏ, ਜੋ ਵੀ ਸ਼ਬਦ ਤੁਹਾਨੂੰ ਪ੍ਰਵਾਨ ਹੋਵੇ, ਉਹਦੇ ਵੱਲ ਇਸ਼ਾਰਾ ਕਰਕੇ ਘੋੜੇ ਤੇ ਚੜ੍ਹੇ ਹੋਏ ਨੇ ਸਤਿਗੁਰੂ ਜੀ। ਰਾਏਜੋਧ ਵੀ ਘੋੜੇ ਤੇ ਬੈਠਾ ਹੈ, ਇਸ਼ਾਰਾ ਕਰਕੇ ਕਹਿੰਦਾ ਮਹਾਰਾਜ ਜੀ ਜਿਸ ਜਗ੍ਹਾ ਦਾ ਮੈਂ ਜ਼ਿਕਰ ਕਰ ਰਿਹਾ ਸੀ, ਮਹਾਰਾਜ ਇਹ ਉਹੀ ਪਾਵਨ ਜਗ੍ਹਾ ਹੈ,
ਇਹ ਉਹੀ ਪਾਣੀ ਦਾ ਸਰੋਤ ਹੈ। ਲਰਬੇ ਹਿਤ ਹਮ ਪਰਖਨ ਠਾਨਾ। ਜਿਸ ਥਾਂ ਨੂੰ ਜੰਗ ਦੇ ਵਾਸਤੇ, ਲੜਾਈ ਦੇ ਵਾਸਤੇ ਮੈਂ ਆਪਣੀ ਤੁੱਛ ਜੀ ਬੁੱਧੀ ਦੇ ਨਾਲ ਪਰਖਿਆ ਹੈ, ਜੋ ਮੈਨੂੰ ਲੱਗਦਾ ਕਿ ਇਹ ਥਾਂ ਜੰਗ ਕਰਨ ਦੇ ਵਾਸਤੇ ਬੜਾ ਭਲਾ ਹੋਵੇਗਾ। ਦੂਰ ਦੂਰ ਲਗ ਵੱਡੀ ਉਜਾਰੀ। ਕਿਉਂਕਿ ਮਹਾਰਾਜ ਜੀ ਇੱਕ ਤੇ ਕਾਰਨ ਇਹ ਹੈ ਕਿ ਦੂਰ ਦੂਰ ਤੱਕ ਵੇਖੋ ਤੇ ਉਜਾੜ ਹੀ ਉਜਾੜ ਹੈ, ਕੋਈ ਵਸੋਂ ਨਹੀਂ ਹੈਗੀ। ਕਿਉਂਕਿ ਜੇ ਵਸੋਂ ਹੋਵੇ ਤੇ ਜੰਗ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮਹਾਰਾਜ ਦੂਰ ਦੂਰ ਤੱਕ ਉਜਾੜ ਹੀ ਉਜਾੜ ਹੈ। ਖੋਜਿਓ ਪਾਏ ਨਹੀਂ ਕਿਤ ਬਾਰੀ। ਤੇ ਦੂਸਰਾ ਕਾਰਨ, ਦੂਰ ਦੂਰ ਤੱਕ ਵੀ ਜੇ ਕੋਈ ਖੋਜਿਓ, ਕੋਈ ਖੋਜੇਗਾ ਤੇ ਉਹਨੂੰ ਪਾਣੀ ਨਹੀਂ ਮਿਲੇਗਾ। ਤੇ ਹਾਲ ਸੀ ਕਦੀ ਮਾਲਵੇ ਦਾ ਕਿ ਦੂਰ ਦੂਰ ਤੱਕ ਵੀ ਪਾਣੀ ਨਹੀਂ ਸੀ ਮਿਲਦਾ ਹੁੰਦਾ। ਇਸ ਲਈ ਕਹਿੰਦਾ ਮਹਾਰਾਜ ਦੂਰ ਦੂਰ ਤੱਕ ਵੀ ਕਿਤੇ ਪਾਣੀ ਨਹੀਂ ਹੈ। ਹਮ ਆਗੇ ਬਹੁ ਬਾਰ ਨਿਹਾਰਾ। ਮਹਾਰਾਜ ਜੀ ਮੈਂ ਬੜੀ ਵਾਰ ਇੱਥੇ ਪਹਿਲਾਂ ਆ ਚੁੱਕਾ ਹਾਂ ਤੇ ਮੈਂ ਇਸ ਜਗ੍ਹਾ ਨੂੰ ਬੜੀ ਵਾਰ ਪਹਿਲਾਂ ਦੇਖਿਆ ਹੋਇਆ ਹੈ। ਖੇਲਤ ਪਹੁੰਚੇ ਅਧਿਕ ਸ਼ਿਕਾਰਾ। ਪਾਤਸ਼ਾਹ ਮੈਂ ਕਈ ਵਾਰ ਜਦੋਂ ਸ਼ਿਕਾਰ ਖੇਡਣ ਆਉਂਦਾ ਸੀ ਤੇ ਮੈਂ ਇੱਧਰ ਨੂੰ ਆ ਜਾਇਆ ਕਰਦਾ ਸੀ ਤੇ ਉਸ ਵਕਤ ਮੈਂ ਇਸ ਜਗ੍ਹਾ ਨੂੰ ਜਦੋਂ ਵੀ ਦੇਖਦਾ ਸੀ ਮੇਰੇ ਜ਼ਿਹਨ ਦੇ ਅੰਦਰ ਇੱਕ ਖਿਆਲ ਆਇਆ ਕਰਦਾ ਸੀ। ਰਹੇ ਵਿਚਾਰਤ ਕਬ ਇਸ ਥਾਈ। ਮਹਾਰਾਜ ਮੈਂ ਬੜੇ ਚਿਰ ਦਾ ਇਸ ਜਗ੍ਹਾ ਤੇ ਪ੍ਰਥਾਏ ਇੱਕ ਵਿਚਾਰ ਕਰਦਾ ਹੁੰਦਾ ਸੀ। ਸੁਭਾਵਕ ਮੈਂ ਜਦੋਂ ਵੀ ਇੱਥੇ ਕਦੀ ਆਉਣਾ ਇਸ ਜਗ੍ਹਾ ਨੂੰ ਮੈਂ ਦੇਖਦਾ ਸੀ ਤੇ ਦੇਖ ਕੇ ਆਪ ਮੁਹਾਰੇ ਮੇਰੇ ਅੰਦਰ ਇਹ ਵਿਚਾਰ ਜਿਹੜਾ ਉਹ ਆ ਜਾਇਆ ਕਰਦਾ ਸੀ। ਰਿਪਿਆ ਵਹਿ ਜਬ ਕਰਹਿ ਲੜਾਈ। ਜੇ ਕਦੀ ਮੇਰੇ ਤੇ ਕੋਈ ਭੀੜ ਪਵੇ, ਕਿਉਂਕਿ ਉਹ ਵੀ ਬੜਾ ਵੱਡਾ ਸੂਰਮਾ ਹੈ। ਕੱਲ ਆਪਾਂ ਸਰਵਣ ਕੀਤਾ, ਉਹਨੇ ਵੀ ਸਾਰੀਆਂ ਆਪਣੀਆਂ ਭਰਾਵਾਂ ਦੀਆਂ ਫੌਜਾਂ ਇਕੱਠੀਆਂ ਕੀਤੀਆਂ, 1000 ਸੂਰਮਾ ਉਹਦੇ ਨਾਲ ਹੋ ਗਿਆ ਸੀ। ਸੋ ਇਸ ਤਰ੍ਹਾਂ ਆਪਣੇ ਇਲਾਕੇ ਦਾ ਕਹਿੰਦਾ ਕਹਾਉਂਦਾ ਸਰਦਾਰ ਹੈ। ਕਹਿੰਦਾ ਮਨ 'ਚ ਖਿਆਲ ਆਉਂਦਾ ਸੀ ਸਮੇਂ ਦਾ ਪਤਾ ਨਹੀਂ ਕਦੋਂ ਕੋਈ ਦੁਸ਼ਮਣ, ਕੋਈ ਕਬੀਲੇ ਵਾਲਾ ਚੜ੍ਹਾਈ ਕਰ ਦੇਵੇ। ਜੇ ਕਦੀ ਮੇਰੇ ਤੇ ਕੋਈ ਐਸਾ ਦੁਖਦਾਇਕ ਜੰਗ ਦਾ ਸਮਾਂ ਬਣ ਆਇਆ ਤਾਂ ਚਾਹਤ ਹੁਤੇ ਸੋਈ ਬਿਦ ਹੋਈ। ਤੇ ਮੈਂ ਇਹ ਚਾਹੁੰਦਾ ਹੁੰਦਾ ਸੀ ਕਈ ਵਾਰ ਵੀ ਜੇ ਐਸੀ ਕਦੀ ਵਿਪਤਾ ਪੈ ਗਈ ਤੇ ਮੈਂ ਆਪਣੇ ਦੁਸ਼ਮਣ ਨੂੰ ਇੱਥੇ ਲੈ ਕੇ ਆਵਾਂਗਾ, ਇੱਥੇ ਉਹਦੇ ਨਾਲ ਜੰਗ ਲੜਾਂਗਾ, ਕਿਉਂਕਿ ਇੱਥੇ ਮੇਰੇ ਕੋਲ ਪਾਣੀ ਹੋਵੇਗਾ, ਮੇਰੀਆਂ ਫੌਜਾਂ ਧਿਆਈਆਂ ਨਹੀਂ ਮਰਨਗੀਆਂ। ਸੋ ਮਹਾਰਾਜ ਜੋ ਮੈਂ ਕਦੀ ਚਾਹੁੰਦਾ ਸੀ ਵੀ ਇਸ ਪਾਣੀ ਦੇ ਸਰੋਤ ਦੇ ਕਿਨਾਰੇ ਤੇ, ਇਸ ਟੋਭੇ ਦੇ ਕਿਨਾਰੇ ਤੇ ਕਦੀ ਮੈਂ ਜੰਗ ਲੜਾਂਗਾ, ਮੇਰੇ ਮਨ ਦੀ ਇੱਛਾ ਸੀ। ਸੋ ਮਹਾਰਾਜ ਜੋ ਮੈਂ ਚਾਹੁੰਦਾ ਸੀ ਉਹ ਅੱਜ ਹੋ ਗਿਆ ਹੈ। ਹਤ ਹੈ ਸਤਰ ਪਲ ਪਹੁੰਚੇ ਕੋਈ। ਤੇ ਸੋਚਦਾ ਸੀ ਕੋਈ ਸ਼ਤਰੂ ਆਵੇ ਤੇ ਹਤ ਹੈ ਮੈਂ ਉਸ ਸ਼ਤਰੂ ਦਾ ਵੱਧ ਕਰਾਂ, ਉਹਨਾਂ ਦਾ ਨਾਸ਼ ਕਰਨਾ ਕਰਾਂ। ਭਿਖ ਸਥਾਨ ਗੁਰ ਹਰਖ ਨ ਥੋਰਾ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਜਦੋਂ ਇਹ ਸੋਹਣਾ ਥਾਂ ਵੇਖਿਆ ਜਿੱਥੇ ਪਾਣੀ ਦਾ ਟੋਭਾ ਬਹੁਤ ਸਾਫ਼ ਨਿਰਮਲ ਜਲ ਹੈ, ਬਾਕੀ ਸਾਰੇ ਪਾਸੇ ਖੁੱਲ੍ਹਾ ਥਾਂ ਉਜਾੜ ਹੈ, ਪਾਤਸ਼ਾਹ ਜੀ ਨੇ ਦੇਖਿਆ ਹਰਖ ਨਾ ਥੋਰਾ। ਕਵੀ ਸਾਹਿਬ ਜੀ ਕਹਿੰਦੇ ਪਾਤਸ਼ਾਹ ਜੀ ਇੰਨੇ ਹਰਖਸ਼ਿਤ ਨੇ, ਇੰਨੇ ਖੁਸ਼ ਹਨ, ਨਾ ਥੋੜਾ। ਜਿਵੇਂ ਆਪਾਂ ਕਹਿੰਦੇ ਵੀ ਥੋੜੀ ਬਹੁਤੀ ਖੁਸ਼ੀ ਨਹੀਂ ਸੀ, ਬਹੁਤ ਅਥਾਹ ਖੁਸ਼ੀ ਹੋਈ ਪਾਤਸ਼ਾਹ ਨੂੰ ਇਹ ਜਗ੍ਹਾ ਦੇਖ ਕਰਕੇ। ਸਾਧ ਸਾਧ ਆਛੇ ਥਲ ਟੋਰਾ। ਸਭ ਕਹਿਣ ਲੱਗੇ ਸਾਧ ਸਾਧ, ਸ਼ਾਬਾਸ਼ ਸ਼ਾਬਾਸ਼। ਬੜਾ ਸੋਹਣਾ ਜੱਥਾ ਲੱਭਿਆ ਈ, ਬੜੀ ਸੋਹਣੀ ਰਮਣੀਕ ਜਗ੍ਹਾ ਜਿਹੜੀ ਹੈ, ਲੜਾਈ ਦੇ ਅਨੁਕੂਲ ਜਗ੍ਹਾ ਜਿਹੜੀ ਤੂੰ ਦੇਖਣੀ ਕੀਤੀ ਹੈ। ਇਹ ਕਹਿ ਉਤਰ ਪਰੇ ਸਰ ਤੀਰ। ਇਹਨਾਂ ਕਹਿੰਦਿਆਂ ਹਜੂਰ ਪਾਤਸ਼ਾਹ ਜੀ ਨੇ ਆਪਣੇ ਘੋੜੇ ਦੀ ਲਗਾਮ ਵਿੱਚ ਜਿਹੜੇ ਚਰਨ ਪਾਏ ਸੀ, ਇੱਕ ਸਾਈਡ ਤੋਂ ਚਰਨ ਜਿਹੜਾ ਉਹ ਚੁੱਕਿਆ ਹੈ ਤੇ ਜਿਵੇਂ ਘੋੜੇ ਤੋਂ ਉਤਰਿਆ ਜਾਂਦਾ ਹੈ, ਇੰਜ ਪਾਤਸ਼ਾਹ ਇੱਕ ਪਾਸੇ ਪਾਰ ਪਾ ਕੇ ਤੇ ਆਪਣੇ ਸੋਹਣੇ ਘੋੜੇ ਤੋਂ ਥੱਲੇ ਉਤਰ ਆਏ ਹਨ। ਨੈਣ ਨਿਹਾਰਿਓ ਨਿਰਮਲ ਨੀਰ। ਤੇ ਸਰ ਤੀਰ ਉਸ ਸਰੋਵਰ ਦੇ ਕਿਨਾਰੇ ਤੇ ਉਤਰੇ, ਬਿਲਕੁਲ ਕੋਲ ਜਾ ਕੇ। ਫਿਰ ਕਿਨਾਰੇ ਤੇ ਖੜੇ ਹੋ ਕਰਕੇ ਨੈਣ ਨਿਹਾਰਿਓ, ਆਪਣੇ ਇਲਾਹੀ ਨੇਤਰਾਂ ਦੇ ਨਾਲ ਉਹ ਨਦਰ ਭਰੀ ਦ੍ਰਿਸ਼ਟੀ ਜਿਹੜੀ ਮਨੁੱਖਾਂ ਤੋਂ ਦੇਵਤੇ ਕਰ ਦਿੰਦੀ ਹੈ, ਜਿਹੜੀ ਸੁੱਕਿਆਂ ਨੂੰ ਹਰੇ ਕਰ ਦਿੰਦੀ ਹੈ, ਜਿਹੜੀ ਦ੍ਰਿਸ਼ਟੀ ਅਨੇਕਾਂ ਵਿਸ਼ਈ ਪੁਰਖਾਂ ਨੂੰ, ਚੋਰਾਂ ਨੂੰ ਸਾਧ ਬਣਾ ਦਿੰਦੀ ਹੈ, ਉਸ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਉਸ ਲਬਾਲਬ ਭਰੇ ਹੋਏ ਪਾਣੀ ਦੇ ਸਰੋਵਰ ਵੱਲ ਦੇਖਣ ਲੱਗੇ। ਕੀਨੋ ਸੈਨਾ ਸਿਵਰ ਪ੍ਰਸੰਦ। ਤੇ ਸੈਨਾ ਦੇ ਸ਼ਿਵਰ ਦੇ ਵਾਸਤੇ, ਠਹਿਰਾਓ ਦੇ ਵਾਸਤੇ, ਉਹਨਾਂ ਦੇ ਰੁਕਣ ਵਾਸਤੇ ਜਗ੍ਹਾ ਪਸੰਦ ਕਰ ਲਈ ਹੈ। ਭਰੇ ਤਾਲ ਕੇ ਚਾਰੋਂ ਕੋਦ। ਉਸੇ ਵੇਲੇ ਹਜੂਰ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਹੈ ਕਿ ਇਸ ਤਾਲ ਦੇ, ਇਸ ਸਰੋਵਰ ਦੇ ਚਾਰੇ ਪਾਸੇ, ਇਰਦ ਗਿਰਦ ਸਾਰੇ ਪਾਸੇ ਸਾਵਧਾਨ ਹੈ ਕੈ ਬਰਬੀਰ। ਕਿ ਬਲ ਵੀਰ, ਬਲ ਨਾਲ ਭਰੇ ਹੋਏ ਵੀਰ ਯੋਧਿਓ, ਇੱਥੇ ਹੁਣ ਆਪਾਂ ਟਿਕਾਣਾ ਕਰਨਾ ਹੈ।
ਇੱਥੇ ਆਪਾਂ ਜੰਗ ਲੜਨਾ ਹੈ। ਸੋ ਪਾਤਸ਼ਾਹ ਜੀ ਦਾ ਹੁਕਮ ਉਸੇ ਵੇਲੇ ਪ੍ਰਵਾਨ ਹੋਇਆ। ਖਰ ਆਯੁਧ ਕੀ ਜਹ ਕਹਿ ਭੀਰ, ਜਿਨ੍ਹਾਂ ਦੇ ਅੰਦਰ ਖਰ ਆਯੁਧ ਕੀ ਜਹ ਕਹਿ ਭੀਰ, ਸਾਰੇ ਪਾਸੇ ਸ਼ਸਤਰਾਂ ਦੀ ਭੀੜ ਲੱਗ ਗਈ। ਗੁਰੂ ਕੇ ਸਿੱਖ ਆਪਣੇ ਕੋਲ ਬੜੇ ਬੜੇ ਬਾਕਮਾਲ ਸ਼ਸਤਰ ਰੱਖਿਆ ਕਰਦੇ ਸਨ। ਅੱਜ ਵੀ ਜਿਨ੍ਹਾਂ ਨੂੰ ਕਿਤੇ ਸ਼ਸਤਰਾਂ ਨਾਲ ਪਿਆਰ ਹੈ ਉਹ ਜ਼ਿੰਦਗੀ ਵਿੱਚ ਸਭ ਤੋਂ ਮਹਿੰਗੇ ਮੁੱਲ ਦੇ ਸ਼ਸਤਰ ਰੱਖਦੇ ਹਨ। ਸੋ ਇਸ ਤਰ੍ਹਾਂ ਜਿੱਥੇ ਕਿਤੇ ਹਰ ਸੂਰਮੇ ਦੇ ਕੋਲ ਸ਼ਸਤਰ ਨੇ, ਕੁਝ ਸ਼ਸਤਰ ਪਹਿਨੇ ਹੋਏ ਨੇ, ਕੁਝ ਹੱਥਾਂ ਵਿੱਚ ਫੜੇ ਹੋਏ ਸ਼ਸਤਰ ਨੇ ਜਿਹੜੇ ਇੱਕ ਵਾਰ ਇੱਕ ਜਗ੍ਹਾ ਰੱਖ ਦਿੱਤੇ। ਇੰਜ ਕਹਿ ਲਓ ਜਿੱਥੇ ਕਿਤੇ ਵੀ ਦੇਖਦੇ ਹਾਂ ਸ਼ਸਤਰ ਹੀ ਸ਼ਸਤਰ ਹਨ। ਤਾਲ ਤੀਰ ਥਲ ਭਲ ਅਵਲੋਕਾ, ਇਹ ਭਲਾ ਅਸਥਾਨ ਅਵਲੋਕਾ, ਤਾਲ ਤੀਰ ਥਲ ਭਰ, ਬਹੁਤ ਸੋਹਣਾ ਭਰਿਆ ਹੋਇਆ ਥਾਂ ਵੇਖਿਆ ਹੈ। ਗੁਰ ਤੰਬੂ ਲਗ ਦੋਬ ਸੋ ਦੋਕਾ, ਫਿਰ ਪਾਤਸ਼ਾਹ ਜੀ ਦੇ ਵਾਸਤੇ ਉਸੇ ਵੇਲੇ ਸਿੱਖਾਂ ਨੇ ਸੋਹਣਾ ਤੰਬੂ ਲਾ ਦਿੱਤਾ ਹੈ, ਕਿਉਂਕਿ ਸਭ ਤੋਂ ਪਹਿਲਾਂ ਤੇ ਹਜੂਰ ਪਾਤਸ਼ਾਹ ਜੀ ਦੀ ਤਿਆਰੀ ਚਾਹੀਦੀ ਹੈ। ਕਦੀ ਵੀ ਕੋਈ ਕਾਰਜ ਹੋਵੇ ਜਾਂ ਗੁਰੂ ਸਾਹਿਬ ਸਾਡੇ ਘਰ 'ਚ ਆਉਂਦੇ ਨੇ, ਅਸੀਂ ਮਹਿਮਾਨਾਂ ਦੀ, ਰਿਸ਼ਤੇਦਾਰਾਂ ਦੀ ਬੜੀ ਤਿਆਰੀ ਕਰ ਲੈਂਦੇ ਹਾਂ। ਮਾफ़ ਕਰਿਓ ਮੇਰੇ ਸ਼ਬਦ ਨੂੰ, ਕੋਈ ਵਿਆਹ ਸ਼ਾਦੀ ਰੱਖਿਆ ਹੋਵੇ, ਬਾਕੀ ਸਾਰੀਆਂ ਤਿਆਰੀਆਂ ਮਹੀਨਾ 6-6 ਮਹੀਨੇ ਪਹਿਲਾਂ ਕੀਤੀਆਂ ਹੁੰਦੀਆਂ ਨੇ ਵੀ ਆਹ ਹਲਵਾਈ ਕਰਨਾ ਹੈ, ਆਹ ਪੈਲਸ ਕਰਨਾ ਹੈ, ਆਹ ਕੰਮ ਕਰਨਾ ਹੈ, ਉਹ ਕੰਮ ਕਰਨਾ ਹੈ। ਅਤੇ ਜਿਹੜੀ ਗੁਰੂ ਸਾਹਿਬ ਜੀ ਦੇ ਪ੍ਰਤੀ ਤਿਆਰੀ ਹੁੰਦੀ ਉਹ ਇਸ ਤਰ੍ਹਾਂ ਵੀ ਕਈ ਵਾਰ ਹੋ ਜਾਂਦਾ ਵੀ ਮੌਕੇ ਦੀ ਮੌਕੇ ਭਾਈ ਸਾਹਿਬ ਨੂੰ ਗੁਰੂ ਘਰ ਕਹਿੰਦੇ ਅਸੀਂ ਕੰਮਾਂ 'ਚ ਰੁੱਝੇ ਹੋਏ ਸੀ, ਸਾਨੂੰ ਯਾਦ ਹੀ ਨਹੀਂ ਆਇਆ, ਅਤੇ ਹੁਣ ਅਸੀਂ ਤੁਹਾਨੂੰ ਕਹਿਣ ਆਏ ਵੀ ਆਪਾਂ ਸਵੇਰੇ ਸੁਖਮਣੀ ਸਾਹਿਬ ਕਰਾਉਣਾ ਕਰੇ, ਆਪਾਂ ਸਹਿਜ ਪਾਠ ਅਖੰਡ ਪਾਠ ਸਾਹਿਬ ਰਖਾਉਣਾ ਹੈ। ਚਲੋ ਕੋਈ ਗੱਲ ਨਹੀਂ, ਭਾਈ ਸਾਹਿਬ ਨੇ ਤੇ ਹੁਣ ਮੰਨਣੀ ਸੀ। ਪਰ ਅਗਲੇ ਦਿਨ ਕੀ ਹੁੰਦਾ, ਬਸ ਜੀ ਭੱਜ ਨੱਠ ਦੇ ਵਿੱਚ ਤਿਆਰੀ ਕੋਈ ਨਹੀਂ ਹੋਈ। ਉੱਧਰੋਂ ਅਰਦਾਸ ਹੋਣ ਵਾਲੀ ਹੁੰਦੀ, ਉੱਧਰੋਂ ਅੱਧਾ ਪਰਿਵਾਰ ਜਿਹੜਾ ਸ਼ਹਿਰ 'ਚ ਰੁਮਾਲਾ ਸਾਹਿਬ ਲੈਣ ਗਿਆ ਹੁੰਦਾ, ਭਾਵ ਬਾਕੀ ਸਾਰੀ ਤਿਆਰੀ ਹੋ ਜਾਂਦੀ। ਨਹੀਂ ਸਾਡੀ ਤਿਆਰੀ ਹੁੰਦੀ ਗੁਰੂ ਨੂੰ ਘਰੇ ਲਿਆਉਣ ਵਾਸਤੇ ਜਾਂ ਗੁਰੂ ਦੇ ਅਦਬ ਸਤਿਕਾਰ ਦੀ ਕੋਈ ਤਿਆਰੀ ਨਹੀਂ ਸਾਡੇ ਤੋਂ ਹੋ ਪਾਉਂਦੀ। ਪਰ ਸਿੱਖਾਂ ਦਾ ਇੱਕ ਸੁਭਾਅ ਸੀ, ਭਾਵੇਂ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਿਤੇ ਵੀ ਜੰਗ ਲੜਨ ਗਏ, ਸਿੱਖ ਜਦੋਂ ਵੀ ਨਾਲ ਚੱਲਦੇ ਸੀ ਸਭ ਤੋਂ ਪਹਿਲਾਂ ਜਾ ਕੇ ਪਾਤਸ਼ਾਹ ਜੀ ਦੇ ਵਾਸਤੇ ਸੋਹਣਾ ਤੰਬੂ ਲਾਇਆ ਕਰਦੇ ਸੀ। ਸੋ ਇਸ ਤਰ੍ਹਾਂ ਸਿੱਖਾਂ ਨੇ ਸੋਹਣਾ ਤੰਬੂ ਜਿਹੜਾ ਹੈ 2 ਚੋਭਾਂ ਦੇ ਨਾਲ ਜਿਹੜਾ ਉਹਨੂੰ ਲਾ ਦਿੱਤਾ ਹੈ। ਵਿੱਚ ਸੁੰਦਰ ਪਰਯੰਕ ਡਸਾਏ, ਉਹਦੇ ਵਿੱਚ ਸੋਹਣਾ ਪਲੰਗ ਜਿਹੜਾ ਸੀ ਹਜੂਰ ਪਾਤਸ਼ਾਹ ਜੀ ਦੇ ਵਾਸਤੇ ਢਾ ਦਿੱਤਾ ਹੈ ਤੇ ਉਹਦੇ ਤੇ ਸੋਹਣੀ ਵਿਛਾਈ ਕਰ ਦਿੱਤੀ ਹੈ। ਆਸ ਤਰਨ ਕਰ ਬੈਠ ਸੁਹਾਏ, ਤੇ ਸਾਰੇ ਸਿੱਖ ਸੇਵਕ ਜਿਹੜੇ ਹਨ ਕੋਲ ਥੱਲੇ ਵਿਛਾਈ ਕਰਕੇ ਬਹਿ ਗਏ ਹਨ ਤੇ ਬੜੇ ਸ਼ੋਭਦੇ ਹਨ। ਜਦੋਂ ਵੀ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਬਹਿੰਦੇ ਨੇ, ਸੰਗਤ ਰੂਪ ਵਿੱਚ ਬਹਿੰਦੇ ਹਾਂ, ਬੜੇ ਸ਼ੋਭਦੀ ਹੈ ਸੰਗਤ, ਕਿਤੇ ਟਿਕਾ ਨਾਲ ਬੈਠੀ ਹੋਵੇ। ਇਸ ਤਰ੍ਹਾਂ ਸਾਰੇ ਬੜੇ ਸ਼ੋਭਦੇ ਪਏ ਹਨ। ਦਿਸ਼ਾ ਦੂਸਰੀ ਹੇਰ ਸਥਾਨ, ਤੇ ਦੂਸਰੇ ਪਾਸੇ ਸਾਰਾ ਅਸਥਾਨ ਜਿਹੜਾ ਹੈ ਉਹ ਦਿਸ ਰਿਹਾ ਹੈ। ਲਗਿਓ ਰਾਏ ਤੰਬੂ ਦੁਤਿਵਾਨ, ਇੱਕ ਪਾਸੇ ਹਜੂਰ ਪਾਤਸ਼ਾਹ ਜੀ ਦਾ ਤੰਬੂ ਹੈ, ਦੂਜੇ ਪਾਸੇ ਦੁਤਿਵਾਨ ਬੜਾ ਸੋਹਣਾ ਸ੍ਰੇਸ਼ਟ ਮੱਤ ਦਾ ਮਾਲਕ ਰਾਏ ਜੋਧ, ਉਹਦਾ ਵੀ ਸਾਹਮਣੇ ਦੂਜੇ ਪਾਸੇ ਤੰਬੂ ਲੱਗਿਆ ਹੈ। ਨਿਜ ਨਿਜ ਸੁਭਟਨ ਬ੍ਰਿੰਦ ਲਗਾਏ, ਸਾਰੇ ਆਪਣੇ ਆਪਣੇ ਸੂਰਮਿਆਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਕਾਰਜ ਵਿੱਚ ਲਾ ਕੇ ਰੱਖਿਆ ਹੈ। ਭਾਵ ਸੂਰਮੇ ਆਪਣੀ ਜੰਗ ਦੀ ਤਿਆਰੀ, ਫਿਰ ਆਪਣੇ ਠਹਿਰਾਓ ਦੀ ਤਿਆਰੀ, ਤੰਬੂ ਆਦਿਕ ਜਿਹੜੇ ਉਹ ਲਾ ਰਹੇ ਹਨ। ਹਿਤ ਵਿਸਰਾਮ ਖਰੇ ਸਮੁਦਾਏ, ਤੇ ਸਾਰੇ ਸਮੁਦਾਇ ਰੂਪ ਦੇ ਅੰਦਰ ਹਿਤ ਵਿਸਰਾਮ ਖਰੇ ਸਮੁਦਾਇ, ਵਿਸ਼ਰਾਮ ਕਰਨ ਦੀਆਂ ਤਿਆਰੀਆਂ ਤੇ ਕੁਝ ਸਮੁਦਾਇ ਰੂਪ ਵਿੱਚ ਖੜੇ ਹੋਏ ਹਨ। ਦੋਹਰਾ ਤਿਸੀ ਤਾਲ ਕੇ ਦੋਇ ਦਿਸ਼ਾ, ਲਹਿਰਾ ਔਰ ਮਰਹਾਜ। ਤੇ ਫਿਰ ਕਵੀ ਸਾਹਿਬ ਜੀ ਅਗਲੇ ਅਧਿਆਏ ਦੀ ਪਾਵਨ ਪ੍ਰਾਰੰਭਤਾ ਕਰਦਿਆਂ ਕਹਿੰਦੇ ਨੇ, ਉਸੇ ਤਾਲ ਦੇ ਦੋਏ ਦਿਸ਼ਾ ਦੋਵੇਂ ਪਾਸੇ ਲਹਿਰਾ ਅਤੇ ਮਹਾਰਾਜ ਨਾਮ ਦੇ ਨਗਰ ਹਨ। ਪਹੁੰਚੇ ਸ੍ਰੀ ਹਰਿ ਰਾਏ ਜਬ, ਗ੍ਰਾਮ ਬਸਾਏ ਸਾਜ। ਪਰ ਇਹ ਨਗਰ ਉਸ ਵਕਤ ਨਹੀਂ ਸਨ। ਕਵੀ ਸਾਹਿਬ ਜੀ ਕਹਿੰਦੇ ਪਹੁੰਚੇ ਗੁਰੂ ਹਰਿ ਰਾਏ ਜਬ, ਜਦੋਂ 7ਵੇਂ ਪਾਤਸ਼ਾਹ ਧੰਨ ਗੁਰੂ ਗੁਰੂ ਹਰਿ ਰਾਏ ਮਹਾਰਾਜ ਜੀ ਪਹੁੰਚਦੇ ਨੇ, ਫਿਰ ਪਾਤਸ਼ਾਹ ਜੀ ਨੇ ਇਹ ਦੋਨੇ ਨਗਰ ਜਿਹੜੇ ਸਨ ਉਸ ਵਕਤ ਇਹ ਵਸਾਏ, ਇਹ ਸਾਜਨੇ ਕੀਤੇ, ਵਸਾਉਣੇ ਕੀਤੇ। ਪਰ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਪਹੁੰਚੇ ਨੇ ਉਸ ਵਕਤ ਇਹ ਨਗਰ ਨਹੀਂ ਹਨ। ਉਸ ਵਕਤ ਕੇਵਲ ਇਹ ਪਾਣੀ ਦਾ ਸਰੋਵਰ ਹੈ, ਇਹਦੇ ਆਸੇ ਪਾਸੇ ਉਜਾੜ ਹੈ। ਚੌਪਈ ਦੋਏ ਦੋਏ ਕੋਸ ਦੋਏ ਦਿਸ ਗ੍ਰਾਮ, ਇਹਦੇ ਦੋਏ ਦੋਏ ਕੋਸ, 2-2 ਕੋਹਾਂ ਤੇ ਦੋਵੇਂ ਦਿਸ਼ਾ ਤੇ ਇਹ ਦੋਵੇਂ ਨਗਰ ਹਨ। ਲਹਿਰਾ ਅਰ ਮਰਹਾਜ ਜਿਸ ਨਾਮ, ਜਿਨ੍ਹਾਂ ਦੇ ਨਾਮ, ਇੱਕ ਦਾ ਨਾਮ ਲਹਿਰਾ
ਤੇ ਇੱਕ ਦਾ ਨਾਮ ਮਹਾਰਾਜ ਹੈ। ਸ੍ਰੀ ਸਤਿਗੁਰ ਹਰਿ ਰਾਏ ਬਸਾਏ। ਧੰਨ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਇਹ ਦੋਵੇਂ ਨਗਰ ਵਸਾਏ ਸਨ। ਅਗਰ ਕਥਾ ਇਹ ਦਿਓ ਸੁਨਾਏ। ਕਵੀ ਸਾਹਿਬ ਜੀ ਕਹਿੰਦੇ ਨੇ ਅਗਰ ਕਥਾ ਇਹ ਗੁਰੂ ਹਰਿ ਰਾਏ ਮਹਾਰਾਜ ਜੀ ਦੀ ਕਥਾ ਹੈ। ਭਾਵ ਜਦੋਂ ਇਹ ਨਗਰ ਵਸਾਏ ਨੇ ਉਹ ਮੈਂ ਅੱਗੇ ਜਾ ਕੇ ਵਰਣਨ ਕਰਾਂਗਾ। ਭਾਵ ਇਸ ਵਕਤ ਗੁਰੂ ਹਰਗੋਬਿੰਦ ਮੀਰੀ ਪੀਰੀ ਪਾਤਸ਼ਾਹ ਜੀ ਦੇ ਇਹ ਪਾਵਨ ਪ੍ਰਸੰਗ ਚੱਲ ਰਹੇ ਨੇ, ਕੇਵਲ ਇਸ਼ਾਰਾ ਕਰਦੇ ਨੇ ਕਿ ਇੱਥੇ ਬਾਅਦ ਵਿੱਚ ਜਿਹੜੇ ਨਗਰ ਵਸੇ ਗੁਰੂ ਹਰਿ ਰਾਏ ਮਹਾਰਾਜ ਜੀ ਨੇ ਵਸਾਏ ਤੇ ਅੱਗੇ ਚੱਲ ਕੇ ਮੈਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਾਂਗਾ। ਸ੍ਰੀ ਹਰਗੋਬਿੰਦ ਪਹੁੰਚੇ ਜਾਏ। ਸੋ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਪਹੁੰਚ ਗਏ ਹਨ ਇਸ ਜਗ੍ਹਾ ਤੇ। ਹੁਤੀ ਉਜਾਰ ਤਹਾਂ ਸਮੁਦਾਏ। ਉਸ ਵਕਤ ਇੱਥੇ ਸਮੂਹ ਰੂਪ ਦੇ ਅੰਦਰ ਕੇਵਲ ਉਜਾੜ ਹੀ ਉਜਾੜ ਸੀ। ਨਹੀਂ ਗ੍ਰਾਮ ਨੇਰੇ ਨਹਿ ਪਾਨੀ। ਇਹਦੇ ਨਾ ਤਾਂ ਨੇੜੇ ਕੋਈ ਨਗਰ ਸੀ ਤੇ ਨਾ ਨੇੜੇ ਤੇੜੇ ਕਿਤੇ ਕੋਈ ਪਾਣੀ ਦਾ ਸਰੋਤ ਆਦਿਕ ਸੀ। ਦਏ ਮਵਾਸ ਮਹਾ ਗੁਣ ਖਾਨੀ। ਤੇ ਸਤਿਗੁਰੂ ਗੁਣਾ ਦੀ ਖਾਨੀ ਹਜੂਰ ਪਾਤਸ਼ਾਹ ਜੀ ਨੇ ਇੱਥੇ ਟਿਕਾਣਾ ਕੀਤਾ ਹੈ। ਸਭ ਸੁਭਟਨ ਕੋ ਦੀਨ ਸੁਨਾਈ। ਹੁਣ ਜਿੰਨੇ ਵੀ ਸੂਰਮੇ ਸਨ ਨਾ ਪਾਤਸ਼ਾਹ ਜੀ ਦੇ ਨਾਲ ਤਕਰੀਬਨ 3000 ਦੀ ਫੌਜ ਹੈ, ਫਿਰ 1000 ਫੌਜ ਰਾਏ ਜੋਧ ਦੇ ਕੋਲ ਹੈ। ਸਾਰਿਆਂ ਨੂੰ ਹਜੂਰ ਪਾਤਸ਼ਾਹ ਜੀ ਨੇ ਹੁਕਮ ਕੀਤਾ, ਸਾਰਿਆਂ ਨੂੰ ਸੁਣਾ ਕੇ ਇੱਕ ਹੁਕਮ ਰੂਪ ਵਿੱਚ ਕਹਿਣ ਲੱਗੇ, ਰਹੋ ਸੁਚੇਤ ਕਰੋ ਤਕਰਾਈ। ਕਿ ਸੂਰਮਿਓ ਸੁਚੇਤ ਰਿਓ ਤੇ ਤਕੜਾਈ ਰੱਖਿਓ। ਇਨੀ ਕਿ ਸਫ਼ਰ ਦੇ ਵਿੱਚੋਂ ਆਏ ਆ ਤੇ ਆ ਕੇ ਤੁਸੀਂ ਸਾਰੇ ਆਰਾਮ ਕਰਨ ਲੱਗ ਜਾਓ। ਤੁਹਾਨੂੰ ਪਤਾ ਆਪਾਂ ਇੱਥੇ ਜੰਗ ਕਰਨ ਵਾਸਤੇ ਆਏ ਆ, ਦੁਸ਼ਮਣ ਦਾ ਕੋਈ ਭਰੋਸਾ ਨਹੀਂ ਹੈ। ਹਰ ਵਕਤ ਸੁਚੇਤ ਤੇ ਤਿਆਰ ਬਰ ਤਿਆਰ ਰਹਿਣਾ ਹੈ। ਰਿਪਗਨ ਪਹੁੰਚੇ ਹੀ ਅਬ ਜਾਨੋ। ਪਾਤਸ਼ਾਹ ਕਹਿੰਦੇ ਜੇ ਸਮਝ ਲਓ ਕਿ ਰਿਪੂ ਗਨ ਦੁਸ਼ਮਣਾਂ ਦਾ ਸਮੂਹ ਪਹੁੰਚੇ ਹੀ ਅਬ ਜਾਨੋ। ਜਿਵੇਂ ਆਪਾਂ ਕਹਿੰਦੇ ਬਸ ਉਹ ਤਾਂ ਆਇਆ ਹੀ ਖੜਾ ਹੈ। ਸਭ ਕਹਿੰਦੇ ਦੁਸ਼ਮਣ ਤਾਂ ਬਸ ਪਹੁੰਚਿਆ ਖੜਾ ਹੈ, ਇਹਦੇ ਵਿੱਚ ਕੋਈ ਬਹੁਤੀ ਦੇਰ ਨਹੀਂ ਹੈ। ਦਵੈ ਗੁਲ ਕਾ ਪਰ ਹੱਥ ਹੋ ਨਿਸ਼ਾਨੋ। ਤੇ ਦੋ ਗੋਲੀਆਂ ਜਿਹੜੀਆਂ ਨੇ ਨਾ ਇੱਕਦਮ ਜਦੋਂ ਦੁਸ਼ਮਣ ਸਾਹਮਣੇ ਆਏਗਾ, ਦੋ ਗੋਲੀਆਂ ਭਰ ਕੇ ਇੱਕਦਮ ਸਾਰਿਆਂ ਨੇ ਇਕੱਠੀਆਂ ਚਲਾ ਦੇਣੀਆਂ। ਹੁਤੋਂ ਨਿਸ਼ਾਨੋ ਨਿਸ਼ਾਨੇ ਬੰਨ ਕੇ ਤੇ ਨਿਸ਼ਾਨੇ ਤੇ ਲਾਉਣੀਆਂ ਹਨ। ਗੁਰ ਪ੍ਰਤਾਪ ਤੇ ਜੜ ਰਿਪ ਬਨੈ। ਸਭ ਕਹਿੰਦੇ ਗੁਰੂ ਦੇ ਪ੍ਰਤਾਪ ਦੇ ਨਾਲ, ਇਹ ਆਪਣੇ ਵੱਲ ਇਸ਼ਾਰਾ ਨਹੀਂ ਕਰਦੇ। ਭਾਵ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਪ੍ਰਤਾਪ ਦੇ ਨਾਲ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਵੱਲ ਇਸ਼ਾਰਾ ਕਰਕੇ ਕਹਿੰਦੇ ਕਿ ਪਹਿਲੇ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ। ਕਦੀ ਵੀ ਜਦੋਂ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੋਗੇ, ਪਾਤਸ਼ਾਹ ਜਦੋਂ ਵੀ ਕਿਤੇ ਕਹਿਣਗੇ ਗੁਰੂ ਕਿਰਪਾ ਨਾਲ, ਕਦੀ ਵੀ ਆਪਣੇ ਵੱਲ ਇਸ਼ਾਰਾ ਨਹੀਂ ਕਰਨਗੇ ਵੀ ਅਸੀਂ ਗੁਰੂ ਹਾਂ ਤੇ ਸਾਡੀ ਕਿਰਪਾ ਦੇ ਨਾਲ। ਹਮੇਸ਼ਾ ਪਹਿਲੇ ਗੁਰੂ ਸਾਹਿਬ ਵੱਲ ਹੀ ਇਸ਼ਾਰਾ ਕਰਨਗੇ। ਇਹ ਬਹੁਤ ਵੱਡੀ ਵਡਿਆਈ ਸੀ ਗੁਰੂ ਕੀ। ਇਹ ਆਮ ਮਨੁੱਖ ਹੁੰਦਾ ਸਾਡੇ ਵਰਗਾ ਜਿਹੜਾ ਹਮੇਸ਼ਾ ਆਪਣੇ ਵੱਲ ਇਸ਼ਾਰਾ ਕਰਦਾ ਹੈ ਵੀ ਮੇਰੀ ਕਿਰਪਾ ਨਾਲ, ਮੇਰੇ ਬਲ ਨਾਲ, ਮੇਰੇ ਉਦਮ ਨਾਲ, ਮੇਰੇ ਹੀਲੇ ਵਸੀਲੇ ਨਾਲ, ਮੇਰੇ ਯਤਨ ਨਾਲ ਆ ਹੋ ਜਾਊਗਾ। ਪਰ ਸਾਹਿਬ ਕਹਿੰਦੇ ਨੇ ਗੁਰੂ ਕਿਰਪਾ ਨਾਲ ਦੁਸ਼ਮਣ ਜੜ ਹੋ ਜਾਣਗੇ, ਉਹਨਾਂ ਦਾ ਕੋਈ ਵਸ ਨਹੀਂ ਚੱਲ ਪਾਵੇਗਾ। ਆਏ ਸਮੂਹ ਸੁਗਮ ਹੀ ਹਨ। ਤੇ ਆਉਣਗੇ ਸਮੂਹ ਨੂੰ ਸੁਗਮ ਹੀ ਹਨ। ਬੜੀ ਸੁਗਮਤਾ ਦੇ ਨਾਲ, ਬੜੀ ਸਰਲਤਾ ਦੇ ਨਾਲ ਆਪਾਂ ਉਹਨਾਂ ਨੂੰ ਜਿੱਤ ਲਵਾਂਗੇ, ਮਾਰ ਲਵਾਂਗੇ। ਜਿਮ ਹੈ ਲਿਆਏ ਲਗਾਏ ਕਲੰਕ। ਜਿਵੇਂ ਸਾਡੇ ਪਿਆਰੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਦੁਸ਼ਮਣਾਂ ਦੇ ਘਰੋਂ, ਉਹਨਾਂ ਦੇ ਕਿਲਿਆਂ ਦੇ ਵਿੱਚੋਂ ਘੋੜੇ ਲਿਆ ਕੇ ਉਹਨਾਂ ਦੇ ਮੱਥੇ ਤੇ ਬਹੁਤ ਵੱਡਾ ਇੱਕ ਕਲੰਕ ਲਾ ਦਿੱਤਾ ਹੈ। ਤਿਮਲ ਹੋ ਵਿਜੈ ਸੰਘਾਰ ਨਿਸ਼ੰਕ। ਸਾਹਿਬ ਪਾਤਸ਼ਾਹ ਕਹਿੰਦੇ ਨਿਸ਼ੰਕ, ਸ਼ੰਕੇ ਰਹਿਤ ਹੋ ਕੇ, ਬੇਫਿਕਰ ਹੋ ਕਰਕੇ ਅੱਜ ਇਸੇ ਤਰ੍ਹਾਂ ਦੁਬਾਰਾ ਆਪਾਂ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਣੀ ਹੈ। ਪਰ ਇਹਦਾ ਇਹ ਨਹੀਂ ਅਰਥ ਕਰਾਂਗੇ ਕਿ ਆਪਾਂ ਇਹਨਾਂ ਤੇ ਜਿੱਤ ਪਾ ਕੇ ਇਹਨਾਂ ਨੂੰ ਫਿਰ ਕਲੰਕ ਲਾਉਣਾ ਹੈ। ਨਹੀਂ, ਗੁਰੂ ਕਦੀ ਕਿਸੇ ਨੂੰ ਕਲੰਕ ਨਹੀਂ ਲਾਉਂਦਾ, ਨਾ ਗੁਰੂ ਕੀ ਐਸੀ ਕਦੀ ਸੋਚ ਰਹੀ ਹੈ। ਇੱਥੇ ਸਾਡੀ ਤੁਹਾਡੀ ਮਾਨਸਿਕਤਾ ਹੁੰਦੀ ਹੈ ਕਿ ਕਿਸੇ ਦੇ ਜੀਵਨ ਨੂੰ ਦਾਗੀ ਕਰਨਾ, ਕਿਸੇ ਦੇ ਜੀਵਨ 'ਤੇ ਚਿੱਕੜ ਸੁੱਟਣਾ, ਕਿਸੇ ਦੇ ਜੀਵਨ ਨੂੰ ਕਲੰਕਿਤ ਕਰਨਾ। ਪਰ ਗੁਰੂ ਤੇ ਹਮੇਸ਼ਾ ਮੈਲ ਧੋਂਦਾ ਹੈ। ਗੁਰੂ ਕੋਲ ਸਾਡੇ ਵਰਗੇ ਲੱਖਾਂ ਕਲੰਕਿਤ ਆਉਂਦੇ ਰਹਿਣਗੇ। ਗੁਰੂ ਦਾ ਇੱਕ ਸੁਭਾਅ ਹੈ, ਪੜਦੇ ਢੱਕਦਾ ਹੈ, ਪੜਦੇ ਚੱਕਦਾ ਨਹੀਂ ਹੈ। ਪਰ ਸਾਡਾ ਸੁਭਾਅ ਅਸੀਂ ਪੜਦੇ ਚੁੱਕਦੇ ਹਾਂ, ਢੱਕਦੇ ਨਹੀਂ। ਗੁਰੂ ਕਦੀ ਕਿਸੇ ਨੂੰ ਕਲੰਕਿਤ ਕਰਨ ਦੀ ਮਨਸਾ ਨਹੀਂ ਰੱਖਦਾ। ਹਾਂ, ਇੰਨਾ ਕਿਹਾ ਜਿਵੇਂ ਭਾਈ ਬਿਧੀ ਚੰਦ ਸਾਹਿਬ ਜੀ ਘੋੜੇ ਲਿਆਏ, ਆਪ ਮੁਹਾਰੇ ਉਹਨਾਂ ਲੋਕਾਂ ਦੇ ਮੱਥੇ ਤੇ ਕਲੰਕ ਲੱਗ ਗਿਆ ਕਿ ਲੋਕ ਉਹਨਾਂ ਨੂੰ ਸਵਾਲ ਕਰਦੇ ਨੇ, ਤੁਹਾਨੂੰ ਪਤਾ ਹੀ ਨਹੀਂ ਲੱਗਾ, ਤੁਹਾਡੇ ਕਿਲੇ ਦੇ ਵਿੱਚ ਆ ਕੇ ਤੁਹਾਡੇ ਕੋਲ ਰਹਿ ਕੇ ਘੋੜੇ ਲੈ ਗਿਆ, ਤੁਸੀਂ ਕੀ ਕਰਦੇ ਪਏ ਸੀ। ਰਹਿੰਦੀ ਦੁਨੀਆ ਤੱਕ ਉਹਨਾਂ ਤੇ ਇਹ ਕਲੰਕ ਲੱਗ ਗਿਆ।
ਵੀ ਤੁਸੀਂ ਕੀ ਕਰਦੇ ਸੀ। ਤੁਹਾਡੇ ਘਰੋਂ ਆ ਕੇ ਚੋਰੀ ਕਰਕੇ, ਮਾफ़ ਕਰਨਾ, ਤੁਹਾਡੇ ਘਰੇ ਆ ਕਰਕੇ ਆਪਣੀ ਵਸਤੂ ਗੁਰੂ ਕੀ ਜਿਹੜੀ ਉਹ ਲੈ ਗਿਆ ਹੈ। ਸੋ ਖੈਰ ਪਾਤਸ਼ਾਹ ਕਹਿੰਦੇ ਅੱਜ ਫਿਰ ਇਹਨਾਂ ਨਾਲ ਇੰਝ ਹੀ ਹੋ ਜਾਣੀ ਹੈ, ਆਪਾਂ ਫਿਰ ਜੰਗ ਜਿੱਤ ਜਾਣਾ, ਨਿਸ਼ੰਕ ਰਹਿ ਕਰਕੇ। ਸੁਨ ਉਤਸਾਹ ਪਟਨ ਕੋ ਹੋਆ। ਜਦੋਂ ਗੁਰੂ ਸਾਹਿਬ ਨੇ ਵਚਨ ਹੀ ਕਹਿ ਦਿੱਤੇ ਕਿ ਆਪਾਂ ਜਿੱਤ ਜਾਣਾ ਹੈ, ਦੁਸ਼ਮਣ ਜੜ ਵੱਤ ਹੋ ਜਾਏਗਾ, ਸੂਰਮਿਆਂ ਦੇ ਅੰਦਰ ਬਹੁਤ ਉਤਸ਼ਾਹ ਵੱਧ ਗਿਆ ਹੈ। ਅਧਿਕ ਵੀਰ ਰਸ ਹਿਰਦੈ ਪਰੋਆ। ਤੇ ਹਿਰਦੇ ਦੇ ਵਿੱਚ ਵੀਰ ਰਸ ਜਿਹੜਾ ਨਾ ਉਹ ਬਹੁਤ ਜ਼ਿਆਦਾ ਪਰੋਇਆ ਗਿਆ ਹੈ, ਭਾਵ ਉਤਸ਼ਾਹ ਜੰਗ ਕਰਨ ਦਾ ਚਾਅ ਜਿਹੜਾ ਹੋਰ ਵੱਧ ਗਿਆ ਹੈ। ਜੀਨ ਸਮੇਤ ਖਰੇ ਹੈ ਰਾਖੇ। ਹੁਣ ਕੀ ਹੈ, ਘੋੜੇ ਜਿਹੜੇ ਨੇ ਨਾ ਉਹਨਾਂ ਨੂੰ ਜੀਨ ਸਮੇਤ, ਉਹਨਾਂ ਤੋਂ ਕਾਂਠੀਆਂ ਨਹੀਂ ਲਾਈਆਂ, ਘੋੜਿਆਂ ਨੂੰ ਵੀ ਤਿਆਰ ਬਰ ਤਿਆਰ ਰੱਖਿਆ। ਇਹ ਨਹੀਂ ਵੀ ਕਾਂਠੀਆਂ ਲਾ ਦੋ ਆਰਾਮ ਕਰ ਲੈਣਗੇ, ਘੋੜਿਆਂ ਨੂੰ ਖੜੇ ਰੱਖਿਆ, ਜੀਨਾਂ ਕਾਂਠੀਆਂ ਕੱਸ ਕੇ ਰੱਖੀਆਂ ਵੀ ਜਿਵੇਂ ਹੀ ਦੁਸ਼ਮਣ ਆਏਗਾ ਅਸੀਂ ਉਸੇ ਵੇਲੇ ਪਲੱਥੀ ਮਾਰ ਕੇ ਘੋੜਿਆਂ ਤੇ ਚੜ੍ਹਨਾ ਤੇ ਕੂਚ ਕਰ ਦੇਣਾ। ਇੰਜ ਗੁਰੂ ਕੇ ਸਿੱਖ ਤਿਆਰ ਬਰ ਤਿਆਰ ਹਨ। ਆਪ ਸਨਦ ਬਧਰਿਪ ਕਾਂਖੇ। ਤੇ ਆਪ ਵੀ ਸਾਰੇ ਸੂਰਮੇ ਜਿਹੜੇ ਐਨ ਸਨੱਧਬੱਧ ਨੇ, ਕਿਸੇ ਨੇ ਆਪਣੇ ਸਰੀਰ ਤੋਂ ਸ਼ਸਤਰ ਲਾਂਭੇ ਨਹੀਂ ਕੀਤਾ, ਪਾਸੇ ਨਹੀਂ ਕੀਤਾ ਵੀ ਕੋਈ ਨਹੀਂ ਜਦੋਂ ਦੁਸ਼ਮਣ ਆਏਗਾ ਉਦੋਂ ਫਿਰ ਕਮਰ ਕੱਸਾ ਕਰ ਲਾਂਗੇ, ਫਿਰ ਸ਼ਸਤਰ ਜਿਹੜਾ ਸਜਾ ਲਵਾਂਗੇ। ਨਹੀਂ, ਕੋਈ ਵੀ ਸ਼ਸਤਰ ਆਪਣੇ ਤੋਂ ਦੂਰ ਨਹੀਂ ਕਰਨਾ ਕੀਤਾ। ਹਿਮ ਸਤਿਗੁਰ ਤਹਿਕੀਨ ਸਡੇਰਾ। ਇੰਜ ਹਜੂਰ ਮੀਰੀ ਪੀਰੀ ਦੇ ਦਾਤੇ ਪਾਤਸ਼ਾਹ ਜੀ ਨੇ ਇਸ ਪਾਵਨ ਜਗ੍ਹਾ ਤੇ ਆਪਣਾ ਟਿਕਾਣਾ ਕਰ ਲਿਆ, ਡੇਰਾ ਕਰ ਲਿਆ ਹੈ। ਅਬ ਪ੍ਰਸੰਗ ਸੁਨ ਤੁਰ ਕਨ ਕੇਰਾ। ਕਵੀ ਸਾਹਿਬ ਜੀ ਕਹਿੰਦੇ ਹੁਣ ਐ ਸੰਗਤ ਜੀ ਬੜੇ ਧਿਆਨ ਦੇ ਨਾਲ ਤੁਰਕਾਂ ਦਾ ਪ੍ਰਸੰਗ ਵੀ ਸੁਣੋ, ਜਿੱਥੋਂ ਭਾਈ ਬਿਧੀ ਚੰਦ ਸਾਹਿਬ ਜੀ ਘੋੜੇ ਲੈ ਕੇ ਆਏ ਸਨ। ਜਬ ਵਿਧਿਏ ਹੈ ਕੀਨ ਕੁਦਾਵਨ। ਜਦੋਂ ਭਾਈ ਬਿਧੀ ਚੰਦ ਸਾਹਿਬ ਜੀ ਨੇ ਹੈ ਕੀਨ ਕੁਦਾਵਨ, ਕਿਲੇ ਦੀ ਕੰਧ ਟਪਾ ਕੇ ਘੋੜੇ ਨੂੰ ਉੱਚੀ ਛਲਾਂਗ ਮਰਾ ਕੇ ਇਧਰ ਦਰਿਆ ਦੇ ਵਿੱਚ, ਨਦੀ ਦੇ ਵਿੱਚ ਉਹਨੂੰ ਟਪਾ ਲਿਆ ਸੀ। ਦੁਰਗ ਦੀਵਾਰ ਨਦੀ ਤਰ ਜਾਵਨ। ਤੇ ਸਾਰੇ ਤੁਰਕ ਜਿਹੜੇ ਹਨ ਉਹ ਦੇਖਦੇ ਰਹਿ ਗਏ ਤੇ ਘੋੜਾ ਉਸ ਦੀਵਾਰ ਨੂੰ ਟੱਪ ਕੇ ਨਦੀ ਵਿੱਚ ਜਾ ਡਿੱਗਦਾ ਹੈ। ਸ਼ਾਹ ਸਰਬ ਹੀ ਚਰਤ ਨਿਹਾਰੇ। ਸ਼ਾਹ ਬਾਦਸ਼ਾਹ ਦੇ ਸਮੇਤ ਜਿਤਨੇ ਵੀ ਉਹਦੇ ਅਹਿਲਕਾਰ, ਮੰਤਰੀ, ਵਜ਼ੀਰ ਸਨ, ਸਾਰਿਆਂ ਨੇ ਇਹ ਚਰਿਤ, ਇਹ ਕੌਤਕ ਸੀ ਇੱਕ ਬੜਾ ਵੱਡਾ। ਇਹ ਕੋਈ ਆਮ ਜੀ ਗੱਲ ਨਹੀਂ ਸੀ, ਬੜੀ ਵੱਡੀ ਖੇਡ ਵਰਤੀ ਹੈ ਜਿਹਨੂੰ ਸਾਰਿਆਂ ਨੇ ਆਪਣੇ ਅੱਖੀਂ ਦੇਖਿਆ ਹੈ। ਹਾਕ ਪੁਕਾਰ ਪੁਕਾਰ ਉਚਾਰੇ। ਤੇ ਜਦੋਂ ਬਾਦਸ਼ਾਹ ਦੇ ਸਾਹਮਣੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਘੋੜੇ ਨੂੰ ਕੱਢਿਆ ਹੈ, ਉੱਥੋਂ ਲੈ ਕੇ ਤੁਰੇ ਨੇ, ਤੇ ਬਾਦਸ਼ਾਹ ਉੱਚੀ ਉੱਚੀ ਪੁਕਾਰਾਂ ਹੀ ਕਰਦਾ ਰਹਿ ਗਿਆ, ਆਵਾਜ਼ਾਂ ਹੀ ਮਾਰਦਾ ਰਹਿ ਗਿਆ ਭਾਈ ਬਿਧੀ ਚੰਦ ਜੀ ਨੂੰ। ਕਹਾਂ ਭਈ ਤੁਮ ਮਾਰ ਖੁਦਾਏ। ਤੇ ਆਪਣੇ ਜਿਹੜੇ ਅਹਿਲਕਾਰ ਸਿਪਾਹੀ ਸਨ ਉਹਨਾਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਕਹਿੰਦਾ, ਉਹ ਤੁਹਾਨੂੰ ਕੀ ਖੁਦਾ ਦੀ ਮਾਰ ਪੈ ਗਈ, ਕਿੱਥੇ ਹੋ ਤੁਸੀਂ, ਤੁਹਾਨੂੰ ਦਿਸ ਨਹੀਂ ਰਿਹਾ। ਉਹ ਜਿਹੜਾ ਨਜ਼ੂਮੀ ਬਣ ਕੇ ਆਇਆ ਸੀ ਉਹ ਤੇ ਘੋੜਾ ਲੈ ਚੱਲਾ, ਉਹਨੇ ਤੇ ਘੋੜੇ ਨੂੰ ਟਪਾ ਲਿਆ, ਕਿੱਥੇ ਸੁੱਤੇ ਪਏ ਹੋ। ਉੱਚੀ ਉੱਚੀ ਸਾਰਿਆਂ ਨੂੰ ਆਵਾਜ਼ਾਂ ਮਾਰਨ ਲੱਗਾ। ਪ੍ਰਿਯ ਤੁਰੰਗ ਲੈ ਚਲਿਓ ਤਵਾਏ। ਤੇ ਬੜੀ ਉੱਚੀ ਉੱਚੀ ਕਹਿੰਦਾ, ਮੇਰਾ ਪਿਆਰਾ ਘੋੜਾ ਲੈ ਚੱਲਾ ਜੇ, ਜਾਗੋ, ਕਿੱਥੇ ਜੇ, ਕਿੱਥੇ ਜੇ ਸਾਰੇ ਲੋਕ, ਮੇਰਾ ਪਿਆਰਾ ਘੋੜਾ ਤਵਾਏ, ਉਹਨੂੰ ਦੌੜਾ ਕੇ ਲਈ ਜਾਂਦਾ ਹੈ। ਤੁਮ ਸਭ ਹਿਨ ਕੀ ਅਸਮਤ ਮਾਰੀ। ਤੁਹਾਡੀ ਸਾਰਿਆਂ ਦੀ ਮੱਤ ਤੇ ਨਹੀਂ ਮਾਰੀ ਗਈ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਨਜ਼ੂਮੀ ਸੀ ਉਹੀ ਇਸ ਘੋੜੇ ਨੂੰ ਲੈਣ ਵਾਲਾ ਲੈ ਕੇ ਜਾ ਰਿਹਾ, ਤੁਹਾਡੀ ਮੱਤ ਮਾਰੀ ਕਿ ਤੁਹਾਨੂੰ ਦਿਸ ਕਿਉਂ ਨਹੀਂ ਰਿਹਾ ਹੈ। ਨਹਿ ਤਸਕਰ ਕੀ ਕੀਨ ਚਿਨਾਰੀ। ਕਿ ਕੈਸੀ ਤੁਹਾਡੀ ਮੱਤ ਹੋ ਗਈ, ਤੁਹਾਨੂੰ ਚੋਰ ਦੀ ਪਹਿਚਾਣ ਹੀ ਨਹੀਂ ਹੋਈ। ਇਹ ਨਹੀਂ ਕਿ ਅੱਜ ਆਇਆ ਹੋਵੇ, ਕਿੰਨੇ ਦਿਨਾਂ ਦਾ ਤੁਹਾਡੇ ਨਾਲ ਹੈ, ਤੁਹਾਡੇ ਕੋਲ ਰਹਿੰਦਾ ਹੈ, ਤੁਹਾਡੇ ਵਿੱਚ ਬਹਿੰਦਾ ਹੈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਹੈ, ਉਹ ਤੁਹਾਡੀ ਮੱਤ ਨੂੰ ਕੀ ਹੋ ਗਿਆ, ਤੁਹਾਨੂੰ ਚੋਰ ਦੀ ਪਹਿਚਾਣ ਨਾ ਸਕੀ। ਜਹਾਂ ਪਾਹਰੂ ਅਰ ਨਰ ਕੋਈ। ਜਿਸ ਥਾਂ ਦੇ ਉੱਤੇ ਕੋਈ ਪਹਿਰੇਦਾਰ ਤੇ ਹੋਰ ਵੀ ਜਿਤਨੇ ਮਨੁੱਖ ਸਨ, ਸੁਨਹਿ ਸਾਹੋ ਬਾਣੀ ਦੁਖ ਭੋਈ। ਸਾਰੇ ਆਪਣੀ ਆਪਣੀ ਜਗ੍ਹਾ ਤੇ ਬਾਦਸ਼ਾਹ ਦੇ ਕਹੇ ਹੋਏ ਬੋਲ ਸੁਣਦੇ ਨੇ। ਦੁੱਖ ਭੋਈ, ਉਹਦੀ ਇੱਕ ਇੱਕ ਗੱਲ ਜਿਹੜੀ ਦੁੱਖ ਦੇ ਨਾਲ ਭਰੀ ਹੈ, ਇੰਜ ਪੁਕਾਰਦਾ ਹੈ, ਬੜਾ ਦੁਖੀ ਹੋ ਕਰਕੇ ਸਾਰਿਆਂ ਨੂੰ ਹਾਕਾਂ ਮਾਰ ਰਿਹਾ ਹੈ। ਉਤਰਹਿ ਤਰੇ ਬਹੁਰ ਚੜ ਜਾਏ। ਪਰ ਹੁਣ ਪਿੱਛੇ ਆਪਾਂ ਸਰਵਣ ਕੀਤਾ ਹੈ ਕਿ ਭਾਈ ਬਿਧੀ ਚੰਦ ਸਾਹਿਬ ਜੀ ਨੇ ਸਾਰਿਆਂ ਨੂੰ ਤਾਲੇ ਲਗਵਾ ਦਿੱਤੇ ਤੇ ਸਾਰਿਆਂ ਦੀਆਂ ਚਾਬੀਆਂ ਵੀ ਆਪਣੇ ਕੋਲ ਰੱਖ ਲਈਆਂ,
ਤੇ ਜਾਂਦੇ ਜਾਂਦੇ ਚਾਬੀਆਂ ਵੀ ਦਰਿਆ ਦੇ ਵਿੱਚ ਸੁੱਟ ਗਏ ਸਨ। ਹੁਣ ਉਹ ਜਿਹੜੇ ਕੈਦ ਕੀਤੇ ਹੋਏ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਲੱਗਾ ਵੀ ਸਾਡੇ ਨਾਲ ਹੋਣ ਕੀ ਲੱਗਾ, ਉਹ ਕਦੀ ਛੱਤ ਨੂੰ ਪੌੜੀਆਂ ਚੜ੍ਹਦੇ ਨੇ, ਕਦੀ ਥੱਲੇ ਉਤਰਦੇ ਨੇ। ਜਿੱਧਰ ਬਿਧੀ ਚੰਦ ਸਾਹਿਬ ਜੀ ਘੋੜਾ ਲੈ ਕੇ ਤੁਰੇ ਉਧਰ ਨੂੰ ਆਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਸਾਰੇ ਬੰਦ ਕੀਤੇ ਨੇ, ਸਭ ਨੂੰ ਤਾਲੇ ਲੱਗੇ ਨੇ। ਬਾਦਸ਼ਾਹ ਵੀ ਤਾਲਿਆਂ ਵਿੱਚ ਬੰਦ ਕੀਤਾ ਪਿਆ ਹੈ। ਕੋਈ ਪੌੜੀਆਂ ਚੜ੍ਹਦਾ ਪਿਆ, ਕੋਈ ਉਤਰਦਾ ਪਿਆ, ਕੋਈ ਸਮਝ ਨਹੀਂ ਆ ਰਹੀ। ਨਹਿ ਨਿਕਸਨ ਕੋ ਪਾਵਹਿ ਥਾਏ, ਪਰ ਕਿਸੇ ਨੂੰ ਨਿਕਲਣ ਦੇ ਵਾਸਤੇ ਕੋਈ ਥਾਂ ਹੀ ਨਹੀਂ ਮਿਲਦੀ ਪਈ ਵੀ ਕਿਹੜੇ ਪਾਸਿਓਂ ਨਿਕਲ ਜਾਣ। ਸਭ ਪੌਰਨ ਕੋ ਕੁਲਫ ਲਗਾਏ, ਕਿਉਂਕਿ ਸਾਰੇ ਹੀ ਦਰਵਾਜ਼ਿਆਂ ਨੂੰ ਤਾਲੇ ਲਗਵਾ ਦਿੱਤੇ ਸਨ। ਇਵਨ ਇੱਥੋਂ ਤੱਕ ਕਿ ਨਗਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਵੀ ਬਾਦਸ਼ਾਹ ਨੂੰ ਕਹਿ ਕੇ ਹੁਕਮ ਕਰਵਾ ਦਿੱਤਾ ਕਿ ਤੁਸੀਂ ਕਿਸੇ ਨੇ ਘਰੋਂ ਬਾਹਰ ਨਹੀਂ ਨਿਕਲਣਾ। ਭਾਵ ਕਿ ਸਾਡੇ ਨਜੂਮੀ ਨੇ ਪਹਿਲੇ ਘੋੜੇ ਦੀ ਦੱਸ ਪਾਉਣੀ ਵੀ ਉਹ ਘੋੜਾ ਕਿੱਥੇ ਗਿਆ ਹੈ। ਅਤੇ ਇਸ ਕਰਕੇ ਨਜੂਮੀ ਕਹਿੰਦਾ ਵੀ ਜੇ ਲੋਕ ਘਰਾਂ ਤੋਂ ਬਾਹਰ ਆਉਣਗੇ ਮੇਰੀ ਇਕਾਗਰਤਾ ਟੁੱਟੇਗੀ। ਇਹਨਾਂ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਤਾਲੇ ਲਾ ਦਿਓ ਬਾਹਰ, ਤਾਂ ਕਿ ਕੋਈ ਬਾਹਰ ਨਾ ਆ ਸਕੇ। ਬਾਦਸ਼ਾਹ ਨੇ ਇਸੇ ਤਰ੍ਹਾਂ ਕਰਵਾ ਕੇ ਸਾਰੀਆਂ ਚਾਬੀਆਂ ਮੰਗਵਾ ਲਈਆਂ ਸਨ। ਇਸ ਕਰਕੇ ਹੁਣ ਸਾਰਾ ਨਗਰ ਵੀ ਘਰਾਂ 'ਚ ਬੰਦ ਅਤੇ ਸਾਰੀ ਫੌਜ ਵੀ ਆਪੋ ਆਪਣੇ ਥਾਵਾਂ 'ਤੇ ਬੰਦ। ਬਾਦਸ਼ਾਹ ਵੀ ਆਪਣੇ ਉਸ ਕਿਲੇ ਦੇ ਉੱਚੇ ਮੀਨਾਰ ਦੇ ਵਿੱਚ ਬੰਦ ਹੈ। ਤਾਂ ਸਾਰੇ ਦੇਖਦੇ ਰਹੇ ਹਨ। ਇਥੇ ਉਤ ਵਿਚਰਹਿ ਬਸ ਨ ਬਸਾਏ, ਸਾਰੇ ਇੱਧਰ ਉੱਧਰ ਵਿਚਰਦੇ ਨੇ, ਪਰ ਕਿਸੇ ਦਾ ਕੋਈ ਵਾਸੀ ਨਹੀਂ ਚੱਲਦਾ ਪਿਆ, ਕਿਉਂਕਿ ਸਾਰੇ ਹੀ ਬੰਦ ਹਨ। ਜਥਾ ਬਿਹੰਗ ਪਿੰਜਰੇ ਕੋਏ, ਕਵੀ ਸਾਹਿਬ ਜੀ ਕਹਿੰਦੇ ਇਹਨਾਂ ਦੀ ਦਾਸਤਾਂ ਇੰਝ ਹੈ ਜਿਵੇਂ ਕੋਈ ਪੰਛੀ ਜਿਹੜਾ ਹੈ ਉਹ ਪਿੰਜਰੇ ਦੇ ਵਿੱਚ ਬੰਦ ਕੀਤਾ ਹੁੰਦਾ ਹੈ। ਘਰਾਂ ਦੇ ਵਿੱਚ ਪੰਛੀ ਰੱਖੇ ਹੁੰਦੇ ਹਨ ਲੋਕਾਂ ਨੇ, ਤਾਂ ਉਹਨਾਂ ਨੂੰ ਕਦੀ ਵੀ ਦੇਖਿਓ ਉਹ ਜਦੋਂ ਪਿੰਜਰੇ 'ਚ ਬੰਦ ਹੁੰਦੇ ਹਨ। ਛੇਰੀ ਭਰ ਮੈਂ ਮੁਕਤ ਨ ਹੋਏ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਅੰਦਰ ਇੱਕ ਵਚਨ ਕਹਿੰਦੇ ਛੇਰੀ ਭਰ ਮੈਂ ਮੁਕਤ ਨਾ ਹੋਏ, ਕਿ ਜਿਵੇਂ ਪਿੰਜਰੇ 'ਚ ਪਿਆ ਹੋਇਆ ਪੰਛੀ ਜਿਹੜਾ ਨਾ ਉਹਦੀਆਂ ਸਲਾਖਾਂ ਦੇ ਵਿੱਚੋਂ ਕਦੀ ਧੌਣ ਬਾਹਰ ਕੱਢਦਾ ਹੈ, ਕਦੀ ਇੱਧਰ ਉੱਧਰ ਵੇਂਦਾ, ਪਰ ਇੰਜ ਕਰ ਲੈਂਦਾ, ਪਰ ਇਸ ਤਰ੍ਹਾਂ ਕਰਨ ਨਾਲੋਂ ਮੁਕਤ ਨਹੀਂ ਹੋ ਪਾਉਂਦਾ। ਮੈਂ ਇੱਕ ਬੇਨਤੀ ਕਰਾਂ ਛੋਟੀ ਜਿਹੀ, ਸ਼ਾਇਦ ਕੋਈ ਨਾ ਕੋਈ ਤੇ ਪ੍ਰਵਾਨ ਕਰੇਗਾ ਹੀ, ਕਿਉਂਕਿ ਬੇਨਤੀ ਕਰਨੀ ਸਾਡਾ ਸੁਭਾਅ ਹੁੰਦਾ ਹੈ। ਅਤੇ ਬੇਨਤੀ ਦਾ ਮਤਲਬ ਹੁੰਦਾ ਹੈ ਜੇ ਕਿਸੇ ਨੂੰ ਚੰਗੀ ਲੱਗੀ ਪ੍ਰਵਾਨ ਕਰ ਲਿਓ, ਨਾ ਲੱਗੀ ਨਾ ਕਰਿਓ। ਅਸੀਂ ਹੁਕਮ ਤੇ ਕਰਦੇ ਨਹੀਂ, ਕਿਉਂਕਿ ਹੁਕਮ ਤੇ ਮੰਨਣਾ ਹੀ ਪਵੇਗਾ। ਅਸੀਂ ਬੇਨਤੀ ਕਰਦੇ ਹਾਂ। ਬੜੀ ਦਫਾ ਆਪਾਂ ਘਰਾਂ ਦੇ ਵਿੱਚ ਪੰਛੀ ਰੱਖੇ ਹੁੰਦੇ ਨੇ, ਇਹ ਸਾਡੀ ਖੁਸ਼ੀ ਹੋ ਸਕਦੀ ਹੈ। ਕਈ ਦਫਾ ਘਰਾਂ ਦੇ ਵਿੱਚ ਮੱਛਲੀਆਂ ਰੱਖਦੇ ਨੇ ਲੋਕ। ਮੈਂ ਇੱਕ ਬੇਨਤੀ ਕਈ ਵਾਰ ਕਰਦਾ ਕਿ ਦੇਖੋ, ਸਾਨੂੰ ਕਿਤੇ ਜੇਲ੍ਹ ਹੋ ਜਾਵੇ ਰੱਬ ਨਾ ਕਰੇ, ਅਤੇ ਆਪਾਂ ਅੰਦਰ ਬੈਠੇ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਵੀ ਬੰਦਾ ਛੇਤੀ ਬਾਹਰ ਆ ਜਾਏ, ਭਾਵੇਂ ਜ਼ਮਾਨਤ 'ਤੇ ਹੀ ਆ ਜਾਏ। ਸਾਨੂੰ 4 ਦਿਨ ਇਕੱਠਾ ਕਮਰੇ 'ਚ ਰਹਿਣਾ ਪੈ ਜੇ, ਅਸੀਂ ਕਹਿੰਦੇ ਵੀ ਮੈਂ ਤਾਂ ਕੈਦ ਦੇ ਵਿੱਚ ਹਾਂ, ਮੈਂ ਤਾਂ ਕਿਤੇ ਘੁੰਮਣ ਜਾਣਾ ਹੈ। ਪਰਮੇਸ਼ਰ ਨੇ ਮੱਛੀਆਂ ਦੇ ਵਾਸਤੇ ਦਰਿਆ, ਨਦੀਆਂ, ਸਮੁੰਦਰ ਕਿੰਨਾ ਕੁਛ ਬਣਾਇਆ। ਸਾਨੂੰ ਕੀ ਹੱਕ ਹੈ ਅਸੀਂ ਕਿਸੇ ਦੀ ਆਜ਼ਾਦੀ ਖੋਈਏ ਆਪਣੇ ਘਰ ਦੇ ਸ਼ਿੰਗਾਰ ਵਾਸਤੇ? ਵੀ ਸਿਰਫ ਸਾਡੇ ਘਰ ਦੇ ਵਿੱਚ ਇਹ ਸ਼ੀਸ਼ਾ ਰੱਖਿਆ, ਇਹਦੇ ਵਿੱਚ ਮੱਛਲੀਆਂ ਤੈਰਦੀਆਂ ਜੀ, ਸਾਡੇ ਬੱਚਿਆਂ ਨੂੰ ਬੜੀਆਂ ਸੋਹਣੀਆਂ ਲੱਗਦੀਆਂ। ਇੱਕ ਬੱਚੇ ਦੀ ਖੁਸ਼ੀ ਵਾਸਤੇ ਤੁਸੀਂ ਕਿਸੇ ਦੀ ਆਜ਼ਾਦੀ ਖੋਹਦੇ ਪਏ ਜੇ। ਇੱਕ ਬੱਚੇ ਦੀ ਖੁਸ਼ੀ ਵਾਸਤੇ ਵੀ ਘਰ 'ਚ ਤੋਤਾ ਰੱਖਿਆ ਜੀ, ਚਿੜੀਆਂ ਰੱਖੀਆਂ ਨੇ ਜੀ। ਪਰਮੇਸ਼ਰ ਨੇ ਉਹਨਾਂ ਵਾਸਤੇ ਆਸਮਾਨ ਬਣਾਇਆ ਸੀ, ਉਹਨਾਂ ਨੂੰ ਪੈਦਾ ਕੀਤਾ। ਜਿਵੇਂ ਸਾਨੂੰ ਧਰਤੀ ਦਿੱਤੀ ਕਿ ਤੁਹਾਨੂੰ ਪੈਦਾ ਕੀਤਾ, ਤੁਹਾਡੇ ਚੱਲਣ ਲਈ ਧਰਤੀ ਹੈ। ਮੈਂ ਪੰਛੀ ਬਣਾਏ ਨੇ, ਮੈਂ ਉਹਨਾਂ ਵਾਸਤੇ ਖੁੱਲ੍ਹਾ ਆਸਮਾਨ ਬਣਾਇਆ, ਉਹ ਆਜ਼ਾਦ ਹਨ। ਤੈਨੂੰ ਕੀ ਹੱਕ ਹੈ ਤੂੰ ਕਿਸੇ ਪੰਛੀ ਦੀ ਆਜ਼ਾਦੀ ਕੇਵਲ ਆਪਣੀ ਖੁਸ਼ੀ ਵਾਸਤੇ ਖੋਵੇਂ ਕਿ ਮੈਂ ਆਪਣੇ ਘਰ 'ਚ ਚਿੜੀਆਂ ਤੋਤੇ ਤਾਂ ਰੱਖੇ, ਮੈਨੂੰ ਸੋਹਣੇ ਲੱਗਦੇ ਪਏ ਨੇ। ਬਹੁਤ ਵੱਡਾ ਇਹ ਦੁਖਾਂਤ ਹੈ। ਕਿਸੇ ਦੀਆਂ ਬਦਸੀਸਾਂ ਲੈਣੀਆਂ, ਕਿਸੇ ਦੀ ਆਜ਼ਾਦੀ ਖੋਣੀ, ਉਹ ਬੇਜ਼ੁਬਾਨਿਆਂ ਦੀ ਆਜ਼ਾਦੀ ਖੋਣੀ, ਇਹ ਹੱਕ ਸਾਨੂੰ ਨਹੀਂ ਹੈਗਾ। ਕੋਸ਼ਿਸ਼ ਕਰਿਓ ਜੇ ਕੋਈ ਇਹਨਾਂ ਨੂੰ ਕਦੀ ਆਜ਼ਾਦ ਕਰ ਸਕੇ, ਫਿਰ ਉਹਨਾਂ ਦੀ ਖੁਸ਼ੀ ਵੇਖਿਓ। ਜਦੋਂ ਕਿਸੇ ਪੰਛੀ ਨੂੰ ਪਿੰਜਰੇ 'ਚੋਂ ਆਜ਼ਾਦ ਕਰੋਗੇ, ਫਿਰ ਉਹ ਜਿਵੇਂ ਆਕਾਸ਼ ਵਿੱਚ ਉੱਡੇਗਾ, ਉਸ ਖੁਸ਼ੀ ਨੂੰ ਕਦੀ ਮਹਿਸੂਸ ਕਰਕੇ ਦੇਖਿਓ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ ਛੇਰੀ ਭਰਮੈ ਮੁਕਤ ਨਾ ਹੋਏ। ਜਿਵੇਂ ਉਹ ਪਿੰਜਰੇ 'ਚ ਪਿਆ ਪੰਛੀ ਫਿਰ ਧੌਣ ਕੱਢ ਕੱਢ ਬਾਹਰ ਨੂੰ ਵੇਂਦਾ ਰਹਿੰਦਾ, ਬੜਾ ਜ਼ੋਰ ਲਾਉਂਦਾ, ਜੀ ਤੇ ਉਹਦਾ ਵੀ ਕਰਦਾ ਨਾ ਮੁਕਤ ਹੋਣ ਨੂੰ। ਜਿਵੇਂ ਕੈਦ 'ਚ ਪਿਆ ਬੰਦਾ ਸਲਾਖਾਂ ਫੜ ਫੜ ਬਾਹਰ ਨੂੰ ਵੇਂਦਾ, ਕੋਈ ਆਵੇ ਜ਼ਮਾਨਤੀ ਕਰਾ ਜਾਵੇ, ਕੋਈ ਮਿਲ ਹੀ ਜਾਵੇ। ਪੰਛੀ ਵੀ ਹਮੇਸ਼ਾ ਬਾਹਰ ਨੂੰ ਵੇਂਦਾ, ਕੋਈ ਆਵੇ ਤੇ ਢੱਕਣ ਖੋਲ੍ਹ ਹੀ ਜਾਵੇ, ਮੈਂ ਆਜ਼ਾਦ ਹੋ ਜਾਵਾਂ। ਪਾਤਸ਼ਾਹ ਕਹਿੰਦੇ ਇਹਨਾਂ ਤੁਰਕਾਂ ਦੀ ਵੀ ਜਿਹੜੀ ਸਾਰੀ ਦਸ਼ਾ ਇਸ ਤਰ੍ਹਾਂ ਦੀ ਹੋ ਚੁੱਕੀ ਹੈ। ਉੱਚੇ ਚੜ੍ਹੈ ਪੁਕਾਰਤ ਭਾਖੇ, ਉੱਚੇ ਚੜ੍ਹਦੇ ਨੇ ਤੇ ਉੱਚੇ ਉੱਚੇ ਪੁਕਾਰਦੇ ਹਨ ਕਿ ਕੋਈ ਸਾਨੂੰ ਕੱਢ ਲੈਣਾ ਕਰੋ। ਕ੍ਰਿਖੀ ਮਨੋ ਜਿਮ ਬੋਲਤ ਰਾਖੇ, ਜਿਵੇਂ ਖੇਤ ਦੇ ਵਿੱਚ ਬੈਠਾ ਹੋਇਆ ਕਿਸਾਨ ਜਿਹੜਾ ਨਾ, ਜਿਵੇਂ ਖੇਤ 'ਚ ਬੈਠਾ ਕਿਸਾਨ ਜਿਹੜਾ ਉਹ ਪੰਛੀਆਂ ਨੂੰ ਉਡਾਉਣ ਦੇ ਵਾਸਤੇ ਉੱਚੀ ਉੱਚੀ ਬੋਲਦਾ ਹੈ,
ਆਪਾਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਹੁੰਨੇ ਪੰਛੀਆਂ ਨੂੰ ਉਡਾਉਣ ਵਾਸਤੇ, ਇੱਥੇ ਬੈਠੇ ਹੁੰਨੇ ਉਹ ਦੂਰ ਤੱਕ ਆਵਾਜ਼ ਸੁਣਦੀ ਪਈ ਹੁੰਦੀ ਹੈ। ਇਸ ਤਰ੍ਹਾਂ ਉੱਚੀ ਉੱਚੀ ਸਾਰੇ ਸਮੇਤ ਬਾਦਸ਼ਾਹ ਦੇ ਆਵਾਜ਼ਾਂ ਦੇ ਰਹੇ ਹਨ। ਮਨੋ ਗਿਰਨ ਕੇ ਸਿਖਰ ਪਹਾੜੀ, ਜਾਂ ਮਾਨੋ ਕੋਈ ਪਹਾੜ ਦੇ ਸਿਖਰ ਤੇ ਚੜਿਆ ਹੋਵੇ, ਉਤਰਿਓ ਜਾਏ ਨ ਕਰਤ ਪੁਕਾਰੀ, ਤੇ ਉਹਦੇ ਤੋਂ ਥੱਲੇ ਨਾ ਉਤਰਿਆ ਜਾਵੇ, ਤੇ ਉਹ ਚੋਟੀ ਤੇ ਸਿਖਰ ਤੇ ਖੜਾ ਜਿਵੇਂ ਫਿਰ ਥੱਲੇ ਵਾਲਿਆਂ ਨੂੰ ਆਵਾਜ਼ਾਂ ਦਿੰਦਾ ਹੈ ਕਿ ਭਾਈ ਮੇਰੇ ਤੋਂ ਉਤਰਿਆ ਨਹੀਂ ਜਾ ਰਿਹਾ, ਹੁਣ ਕੋਈ ਉੱਤੇ ਆਓ, ਆ ਕੇ ਮੈਨੂੰ ਤਾਰ ਲਓ। ਜ਼ਿਆਦਾ ਉੱਚੀ ਖੜਾ ਹੁੰਦਾ, ਇਸ ਕਰਕੇ ਬਹੁਤ ਉੱਚੀ ਉੱਚੀ ਆਵਾਜ਼ਾਂ ਦਿੰਦਾ ਹੈ। ਸਾਹੋ ਜਹਾਂ ਹੋਏ ਕੋਪ ਵਿਸਾਲੇ, ਇਸ ਤਰ੍ਹਾਂ ਬਾਦਸ਼ਾਹ ਬਹੁਤ ਕ੍ਰੋਧ ਦੇ ਵਿੱਚ ਹੈ। ਦੰਤਨ ਪੀਸਤ ਵਸ ਨਹਿ ਚਾਲੇ, ਕੈਦ ਵਿੱਚ ਪਿਆ ਹੋਇਆ, ਦੰਦ ਕਰੀਚਦਾ ਪਿਆ, ਦੰਦ ਪੀਸਦਾ ਹੈ, ਪਰ ਇਹਦਾ ਕੋਈ ਵਸ ਨਹੀਂ ਚੱਲ ਰਿਹਾ। ਮਰਦਤ ਹਾਥਨ ਕੋ ਦੁਖ ਭਰੇ, ਤੇ ਪਛਤਾਉਂਦਾ ਬੰਦਾ ਜਿਵੇਂ ਹੱਥ ਮਲਦਾ ਨਾ, ਇੰਜ ਬਾਦਸ਼ਾਹ ਹੱਥ ਮਲਦਾ ਹੈ ਤੇ ਬਹੁਤ ਦੁਖੀ ਹੋਇਆ, ਦੁੱਖਾਂ ਨਾਲ ਭਰਿਆ ਪਿਆ ਹੈ। ਲੈ ਲੈ ਨਾਮ ਪੁਕਾਰਨ ਕਰੇ, ਤੇ ਸਾਰਿਆਂ ਦੇ ਨਾਮ ਲੈ ਲੈ ਆਵਾਜ਼ਾਂ ਮਾਰਦਾ, ਜਿੰਨੇ ਇਹਦੇ ਕੋਈ ਪਹਿਰੇਦਾਰ ਸਨ ਉਹਨਾਂ ਨੂੰ ਆਵਾਜ਼ਾਂ ਮਾਰਦਾ, ਫਲਾਣਿਆਂ ਤੂੰ ਕਿੱਥੇ ਹੈ, ਫਲਾਣਿਆਂ ਤੂੰ ਕਿੱਧਰ ਮਰ ਗਿਆ, ਦਰਵਾਜ਼ਾ ਕਿਉਂ ਨਹੀਂ ਖੋਲ੍ਹਦਾ ਪਿਆ, ਮੈਨੂੰ ਬਾਹਰ ਕਿਉਂ ਨਹੀਂ ਕੱਢਦੇ ਪਏ, ਵਜ਼ੀਰਾਂ ਦੇ ਨਾਂ ਲੈਂਦਾ ਪਿਆ, ਸਾਰਿਆਂ ਨੂੰ ਆਵਾਜ਼ਾਂ ਦਿੰਦਾ ਹੈ। ਉੱਚੇ ਬੋਲਤ ਲੋਕ ਸੁਣਾਵੇ, ਹੁਣ ਉੱਚੀ ਉੱਚੀ ਬੋਲਦਾ ਵੀ ਜੇ ਇਹ ਨਹੀਂ ਆਉਂਦੇ ਪਏ ਕਮ ਸੇ ਕਮ ਨਗਰ ਦੇ ਲੋਕ ਹੀ ਸੁਣ ਲੈਣ, ਕੋਈ ਉਹੀ ਆ ਕੇ ਮੈਨੂੰ ਕੱਢ ਲਵੇ। ਲੋਕਾਂ ਨੂੰ ਸੁਣਾਉਂਦਾ, ਲੋਕਾਂ ਦੇ ਕੰਨੀ ਆਵਾਜ਼ਾਂ ਪੈਂਦੀਆਂ ਹਨ। ਹਜ਼ਰਤ ਜੀ ਕੁਛ ਵਸ ਨ ਵਸਾਵੇ, ਪਰ ਬਾਦਸ਼ਾਹ ਹਜ਼ਰਤ ਦਾ ਕੁਝ ਵਸ ਨਹੀਂ ਚੱਲ ਰਿਹਾ। ਜਿਹੜੇ ਘਰਾਂ 'ਚ ਬੰਦ ਲੋਕ ਨੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਗੱਲ ਕੀ ਹੋਈ ਹੈ, ਕਿਉਂਕਿ ਉਹਨਾਂ ਨੂੰ ਤੇ ਇੰਨਾ ਕਿਹਾ ਗਿਆ ਵੀ ਤੁਹਾਨੂੰ ਅੱਜ ਤਾਲੇ ਲਾ ਦੇਣੇ, ਤੁਸੀਂ ਬਾਹਰ ਨਹੀਂ ਆਉਣਾ। ਨਜ਼ੂਮੀ ਨੇ ਪਹਿਲੇ ਘੋੜੇ ਦਾ ਪਤਾ ਦੱਸਣਾ, ਉਹਨਾਂ ਨੂੰ ਖਬਰ ਹੀ ਨਹੀਂ ਬਣਿਆ ਕੀ ਹੈ। ਉਹ ਘਰਾਂ 'ਚ ਬੈਠੇ ਸੋਚਦੇ ਬਾਦਸ਼ਾਹ ਨੂੰ ਕੀ ਹੋਇਆ, ਅੱਧੀ ਰਾਤ ਇੰਨਾ ਉੱਚੀ ਉੱਚੀ ਚੀਕਦਾ ਕਿਉਂ, ਆਵਾਜ਼ਾਂ ਕਿਉਂ ਮਾਰਦਾ, ਪਰ ਇਹਦਾ ਵਸ ਕੋਈ ਨਹੀਂ ਚੱਲ ਰਿਹਾ। ਕਰਹਿ ਉਖੇਰਨ ਅਬ ਹੈ ਕੀ ਵਾਰ, ਹੁਣ ਫਿਰ ਕਹਿੰਦਾ ਵੀ ਹੁਣ ਇਹ ਦਰਵਾਜ਼ੇ ਜਿਹੜੇ ਨੇ ਇਹ ਕਿਤੇ ਪੁੱਟ ਦਿੱਤੇ ਜਾਣ। ਇਸ ਤਰ੍ਹਾਂ ਵਸ ਜਦੋਂ ਨਹੀਂ ਚੱਲਿਆ ਤਾਂ ਨਿਕਸਹਿ ਵਹਿਰ ਸਰੇ ਨਹਿਕਾਰ, ਓਏ ਲੋਕੋ ਦਰਵਾਜ਼ੇ ਹੀ ਪੁੱਟ ਦਿਓ ਆ ਕਰਕੇ। ਭਾਵ ਜਿਹੜੇ ਤੇ ਕੋਈ ਪਹਿਰੇਦਾਰ ਜਾਂ ਦਰੋਗੇ ਸਨ ਉਹਨਾਂ ਨੂੰ ਕਹਿੰਦਾ ਜੇ ਨਹੀਂ ਕੋਈ ਚਾਬੀ ਹੈਗੀ, ਨਹੀਂ ਕੱਢ ਸਕਦੇ, ਦਰਵਾਜ਼ਾ ਪੁੱਟ ਦਿਓ, ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਆ ਕੇ ਬਾਹਰ ਕੱਢਣਾ ਕਰੋ। ਹੈ ਗੁਲ ਬਾਗ ਗਹਿ ਤਿਸ ਕੌਣ, ਤੇ ਸਰੈ ਨਹਿ ਕਾਰ, ਬਾਹਰ ਆਏ ਤੋਂ ਬਿਨਾਂ ਇਹ ਕਾਰਜ ਸਰੇਗਾ ਨਹੀਂ। ਉਸ ਤੋਂ ਬਾਅਦ ਕਹਿੰਦਾ ਹੈ ਗੁਲਬਾਗ ਗਹਿ ਤਿਸ ਕੌਣ, ਮੇਰਾ ਗੁਲਬਾਗ ਨਾਮ ਦਾ ਘੋੜਾ ਜਿਹੜਾ ਉਹਨੂੰ ਲੈ ਗਿਆ ਉਹ ਗਹਿ ਤਿਸ ਕੌਣ, ਉਹਨੂੰ ਹੁਣ ਕੌਣ ਫੜ ਲਵੇਗਾ, ਕਿਉਂਕਿ ਜਿੰਨੀ ਉਸ ਘੋੜੇ ਦੀ ਰਫ਼ਤਾਰ ਹੈ ਕੋਈ ਉਹਦੇ ਮਗਰ ਘੋੜਾ ਲਾ ਕੇ ਕਵੇ ਕਿ ਅਸੀਂ ਉਹਨੂੰ ਫੜ ਲਈਏ, ਇਹ ਤਾਂ ਹੁਣ ਬਿਲਕੁਲ ਨਹੀਂ ਹੋ ਸਕੇਗਾ। ਜੋ ਪਾਛੇ ਹੀ ਛੋਰਤ ਪਾਉਣ, ਤੇ ਇਸ ਤਰ੍ਹਾਂ ਜੋ ਪਾਛੇ ਹੀ ਛੋਰਤ ਪਾਉਣ, ਇਹ ਉਹ ਘੋੜਾ ਹੈ ਜਿਹੜਾ ਜਦੋਂ ਚੱਲਦਾ ਹੈ ਤੇ ਆਪਾਂ ਕਹਿੰਦੇ ਜਿਵੇਂ ਹਵਾ ਨੂੰ ਗੰਢਾਂ ਦੇਣੀਆਂ, ਵੀ ਇੰਨੀ ਤੇਜ਼ ਚੱਲਦਾ ਕਿ ਉਹਦੇ ਮਗਰ ਜਿਵੇਂ ਕੋਈ ਗੱਡੀ ਅੱਜ ਹੋਵੇ, ਆਪਾਂ ਕਹਿੰਦੇ ਇੰਨੀ ਤੇਜ਼ ਹੈ ਵੀ ਇਹਦੇ ਮਗਰ ਕੋਈ ਗੱਡੀ ਲਾ ਦਿਓ ਇਹਦਾ ਮੁਕਾਬਲਾ ਨਹੀਂ ਕਰ ਸਕੇਗੀ। ਕਹਿੰਦਾ ਇੰਨੀ ਤੇਜ਼ ਉਹ ਘੋੜਾ ਦੌੜਦਾ ਹੈ ਕਿ ਜੇ ਉਹਦੇ ਮਗਰ ਕੋਈ 4 ਘੋੜੇ ਲਾ ਦਈਏ ਤੇ ਉਹ ਘੋੜਾ ਤੇ ਹਵਾ ਨੂੰ ਗੰਢਾ ਮਾਰਦਾ ਜਾਂਦਾ, ਉਹ ਨਹੀਂ ਫੜਿਆ ਜਾਵੇਗਾ। ਜੋਰ ਦਰੋਗੇ ਕਰ ਕਰ ਬਾਹੂ, ਹੁਣ ਜਿਹੜਾ ਦਰੋਗਾ ਹੈ ਨਾ ਉਹ ਸਾਰੀ ਗੱਲ ਨੂੰ ਸੁਣਦਾ, ਉਹ ਵੀ ਅੱਗੋਂ ਹੀ ਹਾਮੀ ਭਰਦਾ ਕਿ ਬਾਦਸ਼ਾਹ ਬਿਲਕੁਲ ਗੱਲ ਸਹੀ ਹੈ, ਘੋੜਾ ਗਿਆ ਤੇ ਨਹੀਂ ਮੁੜਦਾ। ਹੁਣ ਉਹ ਤੇ ਜੇ ਤੂੰ ਕਵੇਂ ਬਾਹਰ ਆ ਕੇ ਤੇ ਆਪਾਂ ਮਗਰ ਫੌਜਾਂ ਲਾ ਦਈਏ, ਗੱਲ ਤੇਰੀ ਸਹੀ ਹੈ, ਘੋੜਾ ਨਹੀਂ ਹੁਣ ਫੜਿਆ ਜਾਵੇਗਾ, ਪਰ ਬਾਕੀ ਤੇਰੇ ਬਾਹਰ ਕੱਢਣ ਦਾ ਕੋਈ ਹੀਲਾ ਕਰਦੇ ਹਾਂ। ਕਰਿਓ ਕਿ ਵਾਰ ਉਖਾਰਨ ਤਾਹੂ, ਉਹਨੇ ਜ਼ੋਰ ਕਰ ਬਾਹੂ, ਉਹਨੇ ਕਰ ਕਰ ਬਾਹੂ, ਉਹਨੇ ਬਾਹਾਂ ਦਾ ਜ਼ੋਰ ਲਾ ਲਾ ਕੇ ਪਹਿਲਾਂ ਜਿੱਥੇ ਆਪ ਕੈਦ ਸੀਗਾ ਉਹ ਜਿਹੜਾ ਦਰਵਾਜ਼ਾ ਸੀ ਉਹਨੇ ਪੁੱਟਣਾ ਕੀਤਾ ਹੈ। ਨਿਕਸਿਓ ਵਹਿਰ ਸਾਹੋ ਦਿਸ ਗਇਓ, ਫਿਰ ਨਿਕਲ ਕੇ ਸਾਰਿਆਂ ਤੋਂ ਪਹਿਲਾਂ ਦਰੋਗਾ ਜਿਹੜਾ ਸੀ ਉਹ ਬਾਦਸ਼ਾਹ ਵੱਲ ਗਿਆ ਹੈ। ਸੰਮਨ ਬੁਰਜ ਕੁਲਫ ਤਹਿ ਦਇਓ, ਜਿਹੜਾ ਸੰਮਨ ਬੁਰਜ ਸੀ ਜਿੱਥੇ ਬਾਦਸ਼ਾਹ ਰਹਿੰਦਾ ਸੀਗਾ, ਐਨ ਸੰਮਨ ਬੁਰਜ ਦੇ ਕੋਲ ਪਹੁੰਚ ਕੇ ਜਦੋਂ ਦਰਵਾਜ਼ਾ ਦੇਖਿਆ ਤਾਂ ਲੈ ਕੁਠਾਰ ਕਹੋ ਤੋਰਿਓ ਤਾਰਾ, ਕਿ ਇਹਨੂੰ ਵੀ ਤਾਲਾ ਲੱਗਾ ਹੈ,
ਤੇ ਇਹਦੀ ਚਾਬੀ ਵੀ ਭਾਈ ਬਿਧੀ ਚੰਦ ਸਾਹਿਬ ਜੀ ਦਰਿਆ ਵਿੱਚ ਸੁੱਟ ਗਏ ਨੇ। ਹੁਣ ਕੀ ਕੀਤਾ, ਕੁਹਾੜਾ ਲੈ ਕਰਕੇ ਜ਼ੋਰ ਦੇ ਨਾਲ ਉਹ ਤਾਲਾ ਤੋੜਨਾ ਸ਼ੁਰੂ ਕੀਤਾ। ਅੰਤਰ ਪਹੁੰਚਿਓ ਸਾਹੋ ਨਿਹਾਰਾ। ਤੇ ਫਿਰ ਬਾਹਰਲਾ ਦਰਵਾਜ਼ਾ ਤੋੜ ਕੇ ਅੰਦਰ ਪਹੁੰਚਦਾ ਹੈ। ਅੰਦਰ ਜਾ ਕੇ ਬਾਦਸ਼ਾਹ ਨੂੰ ਵੇਖਣਾ ਕੀਤਾ। ਮਹਾ ਦੁਖਤ ਵਿਆਕੁਲ ਹੋਏ ਰਹਿਓ। ਬਹੁਤ ਜ਼ਿਆਦਾ ਦੁਖੀ ਬੈਠਾ ਹੈ ਬਾਦਸ਼ਾਹ, ਪੂਰੀ ਤਰ੍ਹਾਂ ਵਿਆਕੁਲ ਹੈ, ਚਿੰਤਾ ਤੁਰ ਹੈ। ਇੰਜ ਕਹਿ ਲਓ ਸਾਰੀ ਦੁਨੀਆ ਦੇ ਫਿਕਰ ਜਿਹੜੇ ਇਹਦੇ ਉੱਤੇ ਆ ਪਏ ਹਨ। ਦੇਖ ਦਰੋਗੇ ਕੋ ਤਬ ਕਹਿਓ। ਜਿਵੇਂ ਹੀ ਸਾਹਮਣੇ ਦਰੋਗੇ ਨੂੰ ਵੇਖਿਆ, ਇੱਕਦਮ ਥੋੜੀ ਜਿਹੀ ਖੁਸ਼ੀ ਵੀ ਹੋਈ ਵੀ ਜੇ ਇਹ ਆ ਗਿਆ ਇਹਦਾ ਮਤਲਬ ਦਰਵਾਜ਼ਾ ਖੁੱਲ ਗਿਆ, ਪਰ ਨਾਲ ਗੁੱਸਾ ਵੀ ਮਨ ਵਿੱਚ ਆ ਕੇ ਕਹਿਣ ਲੱਗਾ, ਕਹਾਂ ਪਇਓ ਅਚਰਜ ਮਤ ਮੰਦੋ। ਕਿ ਐ ਮੂਰਖੋ, ਐ ਮਾੜੀ ਮੱਤ ਵਾਲਿਓ, ਇਹ ਕੀ ਖੇਡ ਵਰਤੀ ਆਪਣੇ ਨਾਲ, ਇਹ ਕੀ ਅਚਰਜ ਹੋ ਗਿਆ, ਇਹ ਕੀ ਹੈਰਾਨੀ ਕੁਨ ਕੰਮ ਹੋ ਗਿਆ ਹੈ। ਦੰਭ ਨ ਜਾਣਿਓ ਮਿਲ ਨਰ ਬ੍ਰਿੰਦੋ। ਕਿ ਤੁਸੀਂ ਸਾਰੇ ਜਣਿਆਂ ਨੇ, ਇੱਕ ਅੱਧਾ ਤੇ ਹੈ ਨਹੀਂ ਸੀ ਤੁਹਾਡੇ 'ਚ, ਤੂੰ ਐ, ਐਡੇ ਸਿਆਣੇ ਵਜ਼ੀਰ ਨੇ, ਫਿਰ ਹੋਰ ਸਿਪਾਹੀ ਨੇ, ਘੋੜਿਆਂ ਦੀ ਰਖਵਾਲੀ ਕਰਨ ਵਾਲੇ ਨੇ, ਉਹ ਮਤੀ ਮੰਦ ਮੂਰਖੋ, ਤੁਸੀਂ ਸਾਰਿਆਂ ਨੇ ਰਲ ਮਿਲ ਕੇ ਵੀ ਉਸ ਆਏ ਹੋਏ ਨਜੂਮੀਏ ਦਾ ਦੰਭ ਪਖੰਡ ਜਿਹੜਾ ਸੀ ਉਹਨੂੰ ਪਹਿਚਾਣ ਨਹੀਂ ਸਕੇ ਹੋ। ਬਿਨ ਤਾਰੀ ਤਾਰੇ ਤੁਰਵਾਵੋ। ਹੁਣ ਇੰਜ ਕਰੋ, ਤਾਰੀ ਚਾਬੀਆਂ ਤੇ ਕਿਸੇ ਕੋਲ ਵੀ ਹੈ ਨਹੀਂ ਗੀਆਂ ਕਿਸੇ ਤਾਲੇ ਦੀਆਂ, ਇਸ ਕਰਕੇ ਤਾਰੀ ਚਾਬੀ ਤੋਂ ਬਿਨਾਂ ਜਿਤਨੇ ਵੀ ਤਾਲੇ ਹਨ ਮੈਂ ਆਦੇਸ਼ ਕਰਦਾ ਹਾਂ ਸਾਰੇ ਤੁੜਵਾ ਦੇਣੇ ਕਰੋ। ਜਹ ਕਹਿ ਅਧਿਕ ਮਸਾਲ ਜਲਾਵੋ। ਤੇ ਫਿਰ ਸਾਰੇ ਕਿਲੇ ਦੇ ਵਿੱਚ ਹਨੇਰਾ ਹੀ ਹਨੇਰਾ ਪਸਰਿਆ ਪਿਆ, ਜਿੱਥੇ ਕਿੱਥੇ ਵੱਧ ਤੋਂ ਵੱਧ ਮਸ਼ਾਲਾਂ ਜਗਾਉਣੀਆਂ ਕਰੋ। ਸੌਂਧੇ ਮਾਨਵ ਕਿਤਕ ਹਕਾਰੇ। ਤੇ ਜਿੱਥੇ ਕਿੱਥੇ ਵੀ ਕੋਈ ਮਨੁੱਖ ਬੈਠਾ, ਹਨੇਰੇ 'ਚ ਪਤਾ ਹੀ ਨਹੀਂ ਲੱਗ ਰਿਹਾ, ਆਵਾਜ਼ਾਂ ਹੀ ਆ ਰਹੀਆਂ ਨੇ, ਉਹਨਾਂ ਸਾਰਿਆਂ ਨੂੰ ਬੁਲਾ ਲੈਣਾ ਕਰ। ਜਾਰ ਮਸਾਲੇ ਤੋਰਤ ਤਾਰੇ। ਤੇ ਮਸ਼ਾਲਾਂ ਜਗਾ ਕੇ ਫਿਰ ਜਿਹੜੇ ਅੰਦਰ ਬੰਦ ਕਰ ਦਿੱਤੇ ਗਏ ਨੇ ਉਹਨਾਂ ਦੇ ਤਾਲੇ ਤੋੜੋ ਤੇ ਜਲਦੀ ਤੋਂ ਜਲਦੀ ਸਾਰਿਆਂ ਨੂੰ ਬਾਹਰ ਕੱਢ ਲੈਣਾ ਕਰ। ਕਹੂੰ ਸ਼ੀਘਰਤਾ ਅਧਿਕ ਕਰਨ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਸ਼ੀਘਰਤਾ ਕਰੋ, ਇਸ ਕੰਮ 'ਚ ਹੁਣ ਦੇਰੀ ਨਹੀਂ ਕਰਨੀ। ਬਾਕੀ ਅੱਗੇ ਕੀ ਫੈਸਲਾ ਹੈ ਉਹ ਕਹਿੰਦਾ ਮੈਂ ਬਾਅਦ ਵਿੱਚ ਦੱਸਦਾ, ਪਹਿਲਾਂ ਸਾਰਿਆਂ ਨੂੰ ਕੈਦ ਤੋਂ ਛੁਡਾ ਲੈਣਾ ਕਰ। ਆਗ ਲਗਾਏ ਕਿ ਵਾਰ ਜਲੰਤੇ। ਹੁਣ ਕੀ ਕੀਤਾ ਗਿਆ ਹੈ, ਜਿਹੜੇ ਤੇ ਲੱਕੜ ਦੇ ਦਰਵਾਜ਼ੇ ਸਨ ਉਹਨਾਂ ਨੂੰ ਤੇ ਸਿੱਧੀ ਜਾ ਕੇ ਅੱਗ ਹੀ ਲਾ ਦਿੱਤੀ ਹੈ ਮਸ਼ਾਲਾਂ ਦੇ ਨਾਲ, ਵੀ ਕਿਹੜਾ ਇਹਨਾਂ ਨੂੰ ਤੋੜੇਗਾ ਭੰਨੇਗਾ, ਅੱਗ ਲਾਓ ਮਿੰਟ ਵਿੱਚ ਸਵਾਹ ਹੋ ਕੇ ਥੱਲੇ ਡਿੱਗ ਪੈਣਗੇ। ਉਹਨਾਂ ਨੂੰ ਅੱਗ ਲਾ ਦਿੱਤੀ ਗਈ। ਕਹੂੰ ਕੁਠਾਰਨ ਸੋ ਕਰ ਕਾਟੇ। ਤੇ ਕਈ ਦਰਵਾਜ਼ੇ ਜਿਹੜੇ ਸਨ ਉਹਨਾਂ ਨੂੰ ਕੁਹਾੜੀਆਂ ਦੇ ਨਾਲ ਕੱਟ ਦੇਣਾ ਕੀਤਾ। ਡਰਤ ਸਰਬ ਹੀ ਹਜਰਤ ਡਾਂਟੇ। ਸੋ ਇਹ ਸਾਰੇ ਡਰਦੇ ਨੇ, ਹੈ ਤਾਂ ਕੈਦ 'ਚ ਹੀ ਨੇ, ਪਰ ਮਨ 'ਚ ਡਰ ਵੀ ਹੈ ਵੀ ਹੁਣ ਬਾਹਰ ਤੇ ਸਾਨੂੰ ਕੱਢਦੇ ਪਏ ਨੇ, ਪਰ ਬਾਹਰ ਨਿਕਲਣ ਤੋਂ ਬਾਅਦ ਵੀ ਖੈਰ ਤੇ ਸਾਡੀ ਹੈ ਨਹੀਂ। ਜਦੋਂ ਅਸੀਂ ਬਾਦਸ਼ਾਹ ਸਾਹਮਣੇ ਪੇਸ਼ ਹੋਵਾਂਗੇ ਹਜ਼ਰਤ ਡਾਂਟੈ, ਸਾਨੂੰ ਬਹੁਤ ਡਾਂਟੇਗਾ, ਸਾਨੂੰ ਬੜੀਆਂ ਝਿੜਕਾਂ ਪੈਣਗੀਆਂ। ਕਹੂੰ ਕੰਧ ਕੋ ਕਰ ਹੈ ਬਿਦਾਰਨ। ਪਰ ਕਈ ਜਿਹੜੇ ਸਨ ਨਾ, ਜਿਨ੍ਹਾਂ ਦੇ ਦਰਵਾਜ਼ੇ ਤੋੜੇ ਨਹੀਂ ਜਾਂ ਸਾੜੇ ਨਹੀਂ, ਭਾਵ ਦੇਖਿਆ ਵੀ ਇਹ ਕੰਧਾਂ ਛੋਟੀਆਂ ਨੇ ਜਾਂ ਮਾੜੀਆਂ ਨੇ, ਕੰਧਾਂ ਨੂੰ ਹੀ ਸੁੱਟ ਦਿੱਤਾ ਵੀ ਹੁਣ ਦਰਵਾਜ਼ੇ ਤੋੜਨ ਭੰਨਣ ਦਾ ਸਮਾਂ ਨਹੀਂ, ਫਟਾਫਟ ਬਾਹਰ ਆਓ। ਕਈਆਂ ਦੀਆਂ ਕੰਧਾਂ ਹੀ ਡੇਗ ਦਿੱਤੀਆਂ ਗਈਆਂ ਹਨ। ਫਸੇ ਜੋ ਨਰ ਸੋ ਕਰੇ ਨਿਕਾਰਨ। ਜਿੰਨੇ ਵੀ ਮਨੁੱਖ ਫਸੇ ਹੋਏ ਸਨ ਉਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਇੱਥੋਂ ਤੱਕ ਕਿ ਨਗਰ ਦੇ ਜਿਹੜੇ ਲੋਕ ਸਨ, ਕਿਉਂਕਿ ਉਹਨਾਂ ਦੇ ਵੀ ਘਰਾਂ ਨੂੰ ਬਾਹਰੋਂ ਤਾਲੇ ਲੱਗੇ ਸੀਗੇ, ਉਹ ਵੀ ਸਾਰੀਆਂ ਚਾਬੀਆਂ ਭਾਈ ਸਾਹਿਬ ਜੀ ਸੁੱਟ ਗਏ ਸਨ ਲੈ ਕਰਕੇ ਇਹਨਾਂ ਤੋਂ। ਉਹ ਘਰਾਂ ਦੇ ਲੋਕਾਂ ਦੀਆਂ ਵੀ ਕੰਧਾਂ ਸੁੱਟ ਦਿੱਤੀਆਂ, ਕਿਸੇ ਦੇ ਦਰਵਾਜ਼ੇ ਭੰਨ ਦਿੱਤੇ, ਕਿਸੇ ਦੇ ਦਰਵਾਜ਼ਿਆਂ ਨੂੰ ਅੱਗ ਲਾਤੀ, ਵੀ ਸਾਰੇ ਨਗਰ ਨਿਵਾਸੀਆਂ ਨੂੰ ਵੀ ਬਾਹਰ ਕੱਢ ਲਿਆ ਜਾਵੇ, ਆਪਣੀਆਂ ਫੌਜਾਂ ਨੂੰ ਵੀ ਬਾਹਰ ਕੱਢ ਲਿਆ, ਇਹਦੇ ਸਾਰੇ ਮੁਕਤ ਕਰ ਲਏ ਹਨ। ਉਤੇ ਕੈਦ ਜਨ ਕਰੇ ਖਲਾਸੀ। ਜਿੰਨੇ ਵੀ ਕੈਦ ਦੇ ਵਿੱਚ ਬੰਦ ਕੀਤੇ ਪਏ ਸਨ ਇਹਨਾਂ ਸਾਰਿਆਂ ਦੀ ਖਲਾਸੀ ਕਰ ਲਈ ਹੈ। ਕੋ ਚਲ ਜਾਤ ਸਹੋ ਕੇ ਪਾਸੀ। ਹੁਣ ਕੋਈ ਹਿੰਮਤ ਜੀ ਕਰਕੇ ਬਾਦਸ਼ਾਹ ਕੋਲ ਜਾ ਰਿਹਾ ਹੈ, ਕਿਉਂਕਿ ਪਤਾ ਸਾਰਿਆਂ ਨੂੰ ਜਿਹੜਾ ਜਾਏਗਾ ਝਿੜਕਾਂ ਤੇ ਉਹਨੂੰ ਪੈਣੀਆਂ ਹੀ ਪੈਣੀਆਂ ਨੇ, ਪਰ ਹੁਣ ਜਾਣਾ ਵੀ ਪੈਣਾ ਹੈ, ਗਏ ਬਿਨਾਂ ਸਰਦਾ ਵੀ ਨਹੀਂ ਹੈ। ਹੌਸਲਾ ਕਰ ਕਰਕੇ ਥੋੜੇ ਥੋੜੇ ਵਾਰੀ ਜਾਣ ਲੱਗੇ ਹਨ। ਭਇਓ ਨਗਰ ਮੈਂ ਏਕ ਅਚੰਭਾ। ਨਗਰ ਦੇ ਵਿੱਚ ਇੱਕ ਅਚੰਭਾ ਹੋ ਗਿਆ ਜੀ। ਨਗਰ ਨਿਵਾਸੀ ਵੀ ਹੁਣ ਬਾਦਸ਼ਾਹ ਕੋਲ ਆਉਂਦੇ ਨੇ ਵੀ ਗੱਲ ਕੀ ਹੋਈ ਹੈ, ਇੰਨਾ ਰੌਲਾ ਕਾਹਦਾ ਸੀ ਕਿਲੇ ਦੇ ਵਿੱਚ, ਚੱਕਰ ਕੀ ਬਣਿਆ ਬਾਦਸ਼ਾਹ ਦੇ ਕੋਲ। ਨਗਰ ਨਿਵਾਸੀ ਆ ਕੇ ਪੁੱਛਣ ਲੱਗੇ ਤੇ ਅੱਗੋਂ ਦੱਸਦੇ ਨੇ, ਕਹਿੰਦੇ ਜੀ ਅੱਜ ਨਗਰ 'ਚ ਬੜਾ ਇੱਕ ਅਚੰਭਾ ਹੋ ਗਿਆ।
ਬੜੀ ਵਿਲੱਖਣ ਜੀ ਖੇਡ ਵਰਤ ਗਈ ਹੈ। ਵਿਖਿਓ ਨ ਅਸ ਕਬ ਕੌਤਕ ਦੰਬਾ। ਸਿਆਣੇ ਬਜ਼ੁਰਗ ਕਹਿਣ ਲੱਗੇ ਵੀ ਸਾਡੀਆਂ ਇੰਨੀਆਂ ਉਮਰਾਂ ਹੋ ਗਈਆਂ, ਕੋਈ ਕਹਿੰਦਾ 70, ਕੋਈ 80 ਸਾਲ ਦੀ ਉਮਰ ਦੱਸ ਕੇ ਕਹਿੰਦਾ ਮੈਂ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕੌਤਕ ਨਹੀਂ ਵੇਖਿਆ। ਮੈਂ ਬੜੀਆਂ ਚੋਰੀਆਂ ਬਾਰੇ ਸੁਣਿਆ, ਬੜੀਆਂ ਚੋਰੀਆਂ ਵੇਖੀਆਂ ਵੀ ਨੇ ਕਿਤੇ ਹੋਈਆਂ, ਪਰ ਆਹ ਜਿਹੜਾ ਕੁਛ ਵਰਤਿਆ ਇਹ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਇਹ ਅਚੰਭਾ ਕੌਤਕ ਵੇਖਿਆ। ਜਾਗ ਪਰੇ ਸਗਰੇ ਨਰ ਨਾਰੀ। ਇਸ ਤਰ੍ਹਾਂ ਸਾਰੇ ਹੀ ਤਕਰੀਬਨ ਲੋਕ ਜਿਹੜੇ ਸਨ ਇਹ ਰੌਲਾ ਗੌਲਾ ਸੁਣ ਕੇ ਉੱਠ ਪਏ ਨੇ। ਸਿਪਾਹੀ ਵੀ ਬਾਦਸ਼ਾਹ ਕੋਲ ਜਾ ਰਹੇ ਨੇ, ਉਹ ਵੀ ਗੱਲ ਕਰਦੇ ਪਏ ਹਨ। ਠੌਰ ਠੌਰ ਰੌਰਾ ਪਰ ਭਾਰੀ। ਇਸ ਤਰ੍ਹਾਂ ਘਰ ਘਰ ਦੇ ਅੰਦਰ ਇਹ ਭਾਰੀ ਰੌਲਾ ਜਿਹੜਾ ਸੀ, ਗੱਲ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਤੇ ਤੱਕ ਪਹੁੰਚਣ ਲੱਗੀ ਹੈ। ਕਹਾਂ ਪਇਓ ਬੂਝਤ ਕੋ ਖਰੇ। ਕਈ ਫਿਰ ਖੜਿਆਂ ਨੂੰ ਪੁੱਛਦੇ ਨੇ, ਜਿਵੇਂ ਆਪਾਂ ਕਿਤੇ ਸੜਕ ਤੇ ਭੀੜ ਲੱਗੀ ਹੋਵੇ ਤੇ ਆਪਾਂ ਵੀ ਕੋਲ ਹੌਲੀ ਜਿਹਾ ਬ੍ਰੇਕ ਮਾਰ ਕੇ ਪੁੱਛਦੇ ਕੀ ਗੱਲ ਹੋਈ ਹੈ, ਫਿਰ ਉਹ ਦੱਸਦਾ ਵੀ ਇੱਥੇ ਆਹ ਗੱਲ ਹੋ ਗਈ ਹੈ। ਇਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਕੰਨੋਂ ਕੰਨੀ ਪੁੱਛਣ ਲੱਗੇ ਵੀ ਕੀ ਗੱਲ ਹੋਈ, ਬੜਾ ਰੌਲਾ ਪੈ ਰਿਹਾ। ਬੜੇ ਲੋਕ ਭੱਜ ਭੱਜ ਕਿਲੇ ਵੱਲ ਨੂੰ ਜਾ ਰਹੇ ਨੇ, ਬੜੀ ਹਾਹਾਕਾਰ ਮਚੀ ਹੋਈ ਹੈ। ਕੋ ਲਖੈ ਬਤਾਵਨ ਕਰੇ। ਹੁਣ ਜਿੰਨੇ ਜਿੰਨੇ ਕੁਛ ਵੇਖਿਆ ਜਾਂ ਜਿਹੜਾ ਹਾਲਾਤ ਤੋਂ ਥੋੜਾ ਬਹੁਤਾ ਜਾਣੂ ਸੀ, ਬਤਾਵਨ ਕਰੇ, ਉਹ ਦੱਸਦਾ ਵੀ ਬਾਦਸ਼ਾਹ ਨਾਲ ਆਹ ਕਹਾਣੀ ਵਰਤ ਗਈ ਹੈ ਅੱਜ ਰਾਤ, ਆਹ ਕੁਛ ਹੋ ਗਿਆ ਕਿਲੇ ਦੇ ਵਿੱਚ। ਇਸ ਤਰ੍ਹਾਂ ਇੱਕ ਦੂਜੇ ਨੂੰ ਦੱਸੀ ਜਾਂਦੇ ਹਨ। ਉਤੇ ਸਮੀਪੀ ਸੋ ਚਲ ਗਏ। ਜਿਹੜੇ ਬੜੇ ਨਜ਼ਦੀਕੀ ਸਨ, ਨਿਕਟਵਰਤੀ ਸਨ, ਹਰ ਇੱਕ ਦਾ ਤਾਂ ਹਿਆ ਨਹੀਂ ਪੈਂਦਾ ਕਿ ਬਾਦਸ਼ਾਹ ਕੋਲ ਚਲਾ ਜਾਵੇ। ਜਿਹੜੇ ਨਿਕਟਵਰਤੀ ਸਨ, ਜਿਹੜੇ ਆਪਾਂ ਕਹਿ ਦਿੰਦੇ ਆਉਣਾ ਜਾਣਾ ਜਿਨ੍ਹਾਂ ਦਾ ਲੱਗਾ ਰਹਿੰਦਾ ਬਾਦਸ਼ਾਹ ਕੋਲ, ਉਹ ਫਿਰ ਕੋਲ ਹੋ ਕੇ ਮਿਲਦੇ ਪਏ ਹਨ। ਸਾਹੋ ਜਹਾਂ ਕੋ ਬੂਝਤ ਪਏ। ਤੇ ਸ਼ਾਹ ਜਹਾਂ ਬਾਦਸ਼ਾਹ ਨੂੰ ਪੁੱਛਦੇ ਹਨ ਜਾ ਕਰਕੇ, ਕਹੋ ਉਪਾਏ ਕੌਣ ਬਨ ਆਵੇ। ਕਿ ਬਾਦਸ਼ਾਹ ਹੁਣ ਜੋ ਹੋਣਾ ਸੀ ਉਹ ਤੇ ਹੋ ਗਿਆ, ਗੱਲ ਛੱਡੋ, ਹੁਣ ਅੱਗੇ ਦੱਸੋ ਵੀ ਆਪਾਂ ਅਗਾਂਹ ਕੀ ਕਰਨਾ। ਇਹ ਤਾਂ ਜੋ ਹੋਈ ਆਪਣੇ ਨਾਲੇ ਤਾਂ ਹੁਣ ਜੱਗ ਜ਼ਾਹਰ ਹੋ ਹੀ ਗਈ ਹੈ, ਪਰ ਅੱਗੇ ਹੁਣ ਕੀ ਯਤਨ ਕਰਨਾ ਇਹ ਦੱਸਣਾ ਕਰ। ਲੈ ਅਬ ਗਇਓ ਨ ਪਕੜਿਓ ਜਾਵੇ। ਉਹ ਤੇ ਘੋੜਾ ਲੈ ਗਿਆ, ਉਹ ਤੇ ਹੁਣ ਤੁਸੀਂ ਗੱਲ ਹੀ ਛੱਡ ਦਿਓ ਵੀ ਜੇ ਆਪਾਂ ਕਹੀਏ ਆਪਾਂ ਉਹਦਾ ਪਿੱਛਾ ਕਰ ਲਈਏ ਤੇ ਆਪਾਂ ਉਹਨੂੰ ਫੜ ਲਈਏ, ਇਹ ਤੇ ਸੁਪਨਾ ਹੈ, ਜਿੰਨੇ ਮਰਜ਼ੀ ਲਈ ਜਾਓ, ਇਹ ਨਹੀਂ ਹੋਵੇਗਾ। ਹੁਣ ਅੱਗੇ ਆਪਾਂ ਕੀ ਕਦਮ ਚੁੱਕਣਾ ਉਹ ਦੱਸਣਾ ਕਰ। ਗ੍ਰਾਮ ਨਾਮ ਅਰਜੋ ਗੁਰ ਬਲੀ। ਉਹ ਬਾਦਸ਼ਾਹ ਕਹਿੰਦਾ ਵੀ ਗੱਲ ਠੀਕ ਹੈ, ਪਰ ਇਹ ਵੀ ਸੱਚ ਹੈ ਕਿ ਉਹ ਨਜੂਮੀ ਜਿਹੜਾ ਸੀ ਨਾ, ਉਹ ਆਪਣੇ ਨਗਰ ਦਾ ਨਾਂ ਪਤਾ ਦੱਸ ਗਿਆ, ਕਿਉਂਕਿ ਉਹਨੇ ਜ਼ਬਾਨ ਕੀਤੀ ਸੀ ਕਿ ਮੈਂ ਪਹਿਲਾ ਘੋੜਾ ਜਿੱਥੇ ਗਿਆ ਉਹ ਜਗ੍ਹਾ ਦਾ ਨਾਂ ਵੀ ਦੱਸਾਂਗਾ, ਪਿੰਡ ਵੀ ਦੱਸਾਂਗਾ, ਜਿਹਦੇ ਕੋਲ ਗਿਆ ਉਹਦੇ ਬਾਰੇ ਵੀ ਦੱਸਾਂਗਾ, ਜਿਹੜਾ ਲੈ ਕੇ ਗਿਆ ਉਹਦੇ ਬਾਰੇ ਵੀ ਦੱਸਾਂਗਾ। ਉਹ ਆਪਣਾ ਜ਼ਬਾਨ ਦਾ ਕੀਤਾ ਹੋਇਆ ਕੌਲ ਬਚਨ ਜਿਹੜਾ ਪੂਰਾ ਕਰਕੇ ਗਿਆ। ਤੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਤੁਰਨ ਲੱਗਿਆ ਕਿਹਾ ਵੀ ਸੀ ਕਿ ਬਾਦਸ਼ਾਹ ਮੈਂ ਤੇਰੇ ਨਾਲ ਇੱਕ ਕੌਲ, ਇੱਕ ਬਚਨ ਕੀਤਾ ਸੀ, ਮੈਂ ਤੈਨੂੰ ਦੱਸ ਕੇ ਜਾਵਾਂਗਾ ਤੇ ਮੈਂ ਝੂਠਾ ਨਹੀਂ, ਮੈਂ ਤੈਨੂੰ ਦੱਸ ਕੇ ਹੀ ਚੱਲਾਂਵਾ। ਗੁਰੂ ਕਾ ਸਿੱਖ ਕਦੀ ਵੀ ਬਚਨ ਕਰੇ ਤੇ ਬਚਨ ਤੋਂ ਕਦੀ ਖਿਸਕਦਾ ਨਹੀਂ। ਇਹ ਪੂਰੇ ਸਿੱਖ ਦਾ ਜਾਂ ਗੁਰੂ ਕੇ ਹੁਕਮ ਵਿੱਚ ਚੱਲਣ ਵਾਲੇ ਸਿੱਖ ਦਾ ਇੱਕ ਸੁਭਾਅ ਹੁੰਦਾ ਹੈ। ਤੇ ਕਹਿੰਦਾ ਵੀ ਉਹ ਸਾਰਾ ਥਾਂ ਪਤਾ ਦੱਸ ਕੇ ਗਿਆ ਹੈ। ਕਹਿ ਇਹੋ ਗਇਓ ਲਖੋ ਬਹੁ ਭਲੀ। ਤੇ ਉਹ ਸਾਰਾ ਕੁਝ ਕਹਿ ਗਿਆ। ਹੁਣ ਲਖੋ ਇਹ ਭਲੀ, ਇਸ ਗੱਲ ਨੂੰ ਭਲੀ ਪ੍ਰਕਾਰ ਹੁਣ ਛਾਣਬੀਨ ਕਰਕੇ ਪਤਾ ਕਰੋ। ਅੰਧਕਾਰ ਫੈਲਿਓ ਨਿਸਮਹਾ। ਇਸ ਵਕਤ ਤੇ ਕਿਲੇ ਦੇ ਵਿੱਚ ਹਨੇਰਾ ਹੀ ਹਨੇਰਾ ਪਸਰਿਆ, ਅੱਧੀ ਰਾਤ ਦਾ ਸਮਾਂ ਹੈ। ਅਬ ਹੈ ਤਸਕਰ ਪ੍ਰਾਪਤ ਕਹਾਂ। ਹੁਣ ਤੇ ਮਿਹਨਤ ਕਰਾਂਗੇ ਵੀ ਤੇ ਕੁਛ ਪ੍ਰਾਪਤ ਤੇ ਹੋਣਾ ਨਹੀਂ, ਐਵੇਂ ਹਨੇਰੇ 'ਚ ਟੱਕਰਾਂ ਮਾਰਾਂਗੇ, ਕੰਨਾਂ 'ਚ ਵੱਜਦੇ ਫਿਰੋਗੇ। ਠੀਕ ਹੈ, ਉਹ ਥਾਂ ਪਤਾ ਆਪਾਂ ਨੂੰ ਦੱਸ ਗਿਆ, ਆਪਾਂ ਨੂੰ ਹੁਣ ਪਿੱਛਾ ਕਰਨ ਦੀ ਲੋੜ ਨਹੀਂ, ਕਿਉਂਕਿ ਜਿਹਦਾ ਥਾਂ ਪਤਾ ਨਾ ਪਤਾ ਹੋਵੇ ਉਹਦਾ ਪਿੱਛਾ ਕਰੀਦਾ ਵੀ ਪਤਾ ਨਹੀਂ ਕਿੱਧਰ ਚਲਾ ਜੂ। ਉਹ ਤੇ ਆਪਣਾ ਪਿੰਡ ਨਗਰ ਸਭ ਦੱਸ ਗਿਆ, ਇਸ ਕਰਕੇ ਹੁਣ ਰਾਤ ਨੂੰ ਕੁਝ ਕਰਨ ਦੀ ਲੋੜ ਨਹੀਂ। ਸੁਨਤ ਸਾਹੋ ਬਹੁ ਰਿਸ ਕਰ ਕਹਿਓ। ਇਸ ਤਰ੍ਹਾਂ ਸਾਰੀ ਵਾਰਤਾਲਾਪ ਜਦੋਂ ਚੱਲਦੀ, ਥੋੜਾ ਜਿਹਾ ਹੋਰ ਬਾਦਸ਼ਾਹ ਨੂੰ ਗੁੱਸਾ ਆਇਆ ਤੇ ਕਹਿਣ ਲੱਗਾ, ਕਿਨਹੁ ਸੁਮਤ ਕਰ ਚੋਰ ਨ ਲਹਿਓ। ਕਿ ਇਹਨਾਂ ਮੂਰਖ ਲੋਕਾਂ ਨੇ ਨਾ, ਜਿਨ੍ਹਾਂ ਨੂੰ ਮੈਂ ਪਹਿਰੇ ਤੇ ਲਾਇਆ ਸੀ, ਜਿਨ੍ਹਾਂ ਨੂੰ ਮੈਂ ਬੜੇ ਦਾਨੇ ਸਿਆਣੇ ਸਮਝਦਾ ਸੀ, ਇਹਨਾਂ ਮੂਰਖਾਂ ਨੇ ਸ੍ਰੇਸ਼ਟ ਮਤ ਧਾਰਨ ਕਰਕੇ ਚੋਰ ਦਾ ਪਤਾ ਹੀ ਨਾ ਲਾ ਸਕੇ। ਕੇਤਕ ਦਿਵਸ ਅਗਾਰੀ ਰਹਿਓ। ਕਿ ਉਹ ਕਿਹੜਾ ਵੀ ਆਇਆ ਤੇ ਆ ਕੇ ਘੋੜਾ ਖੋਲ ਕੇ ਲੈ ਗਿਆ। ਕਿੰਨੇ ਦਿਨ ਹੋ ਗਏ ਉਹਨੂੰ ਇਹਨਾਂ ਦੇ ਕੋਲ ਰਹਿੰਦਾ ਪਿਆ, ਪਹਿਰੇਦਾਰਾਂ ਨਾਲ ਗੱਲਾਂ ਬਾਤਾਂ ਕਰਦਾ ਹੈ, ਰੋਜ਼ ਇਹਨਾਂ ਦੇ ਵਿੱਚ ਵਿਚਰਦਾ ਹੈ, ਕਿੰਨੇ ਦਿਨਾਂ ਤੋਂ ਇਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਅਬਲੇ ਗਇਓ ਰਿਦਾ ਮਮ ਦਹਿਓ। ਤੇ ਹੁਣ ਘੋੜੇ ਨੂੰ ਲੈ ਗਿਆ ਤੇ ਹੁਣ ਮੇਰਾ ਹਿਰਦਾ ਜਿਹੜਾ ਛਾਤੀ ਸੜਦੀ ਬਲਦੀ ਪਈ ਹੈ। ਸਰਬ ਲੋਕ ਕਰ ਕੈ ਮਤ ਮੰਦੇ। ਉਹ ਕਮਾਲ ਦੀ ਗੱਲ ਸੀ ਉਸ ਨਜ਼ੂਮੀ ਦੀ
ਭਾਈ ਬਿਧੀ ਚੰਦ ਸਾਹਿਬ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਸਾਰਿਆਂ ਨੂੰ ਹੀ ਮੋਟੀ ਮੱਤ ਵਾਲੇ ਮੂਰਖ ਕਰਕੇ ਚਲਾ ਗਿਆ, ਇੱਕ ਅੱਧੇ ਨੂੰ ਵੀ ਉਹਦਾ ਭੇਤ ਨਹੀਂ ਪੈ ਸਕਿਆ। ਲੈ ਗਮਨਿਓ ਮਮ ਤੁਰੰਗ ਬਿਲੰਦੇ। ਤੇ ਮੇਰਾ ਜਿਹੜਾ ਘੋੜਾ, ਹਾਲੇ ਵੀ ਘੋੜੇ ਦੇ ਉੱਤੇ ਦਾਅਵਾ ਕਰਦਾ ਵੀ ਮੇਰਾ ਘੋੜਾ ਸੀ। ਇਹ ਆਮ ਹੀ ਮਨੁੱਖ ਦੀ ਇੱਕ ਆਦਤ ਹੁੰਦੀ ਹੈ, ਜਦੋਂ ਕਿਸੇ ਦੀ ਚੀਜ਼ ਚੁੱਕ ਲਵੇ ਨਾ ਤੇ ਬੰਦਾ ਆਮ ਹੀ ਕਹਿੰਦਾ ਇਹ ਤਾਂ ਜੀ ਹੁਣ ਮੇਰੀ ਹੈ। ਭਾਵ ਇੱਕ ਉਦਾਹਰਣ ਹੀ ਆਮ ਆਪਾਂ ਦੇ ਦਿੰਦੇ ਹਾਂ ਵੀ ਜਿਸ ਕੀ ਲਾਠੀ ਉਸ ਕੀ ਭੈਂਸ, ਵੀ ਇਹ ਚੀਜ਼ ਤਾਂ ਹੁਣ ਮੇਰੇ ਹੱਥ 'ਚ ਆ ਤੇ ਫਿਰ ਮੇਰੀ ਹੈ। ਇਸੇ ਤਰ੍ਹਾਂ ਬਾਦਸ਼ਾਹ ਕਹਿੰਦਾ ਹੈ ਵੀ ਨਹੀਂ, ਘੋੜਾ ਤੇ ਮੇਰਾ ਹੈ, ਉਹ ਮੇਰਾ ਘੋੜਾ ਲੈ ਗਿਆ ਹੈ। ਅਬ ਤੇ ਹੋਤ ਪਾਵਨ ਕੋਈ। ਠੀਕ ਹੈ, ਹੁਣ ਕੋਈ ਉਪਾਅ ਯਤਨ ਨਹੀਂ ਹੋ ਪਾਵੇਗਾ। ਗਇਓ ਸੋ ਗਇਓ ਨ ਪ੍ਰਾਪਤ ਹੋਈ। ਹੁਣ ਤਾਂ ਗਿਆ ਉਹ ਗਿਆ, ਨਾ ਪ੍ਰਾਪਤ ਹੋਈ, ਹੁਣ ਤੇ ਉਹ ਪ੍ਰਾਪਤ ਨਹੀਂ ਹੋਵੇਗਾ। ਹੋਤ ਪ੍ਰਾਤ ਕੇ ਚੜ੍ਹਤ ਸਿਧਾਰੋ। ਹੁਣ ਇੰਜ ਕਰੋ, ਸਾਰੇ ਆਰਾਮ ਕਰ ਲਓ, ਜਦੋਂ ਸਵੇਰ ਹੋਏਗੀ ਫੌਜਾਂ ਨੂੰ ਤਿਆਰ ਕਰ ਦਿਓ। ਸਵੇਰ ਹੁੰਦੇ ਸਰ ਫੌਜਾਂ ਚੜ੍ਹਾਈ ਕਰ ਦੇਵਣ। ਕੈ ਗੁਰ ਗਹੋ ਕਿਰਨ ਕਰ ਮਾਰੋ। ਕਹਿੰਦਾ ਹੁਣ ਮੈਂ ਪ੍ਰਣ ਕਰ ਲਿਆ ਵੀ ਕੈ ਗੁਰ ਗਹੋ, ਜਾਂ ਤਾਂ ਮੈਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਫੜਾਂਗਾ, ਕਿਉਂਕਿ ਉਹ ਨਜ਼ੂਮੀ ਭਾਈ ਬਿਧੀ ਚੰਦ ਸਾਹਿਬ ਦੱਸ ਕੇ ਗਏ ਸੀ ਕਿ ਪਹਿਲਾ ਘੋੜਾ ਵੀ ਗੁਰੂ ਹਰਗੋਬਿੰਦ ਮਹਾਰਾਜ ਕੋਲ ਗਿਆ ਹੀ, ਤੇ ਆਹ ਘੋੜਾ ਵੀ ਗੁਰੂ ਹਰਗੋਬਿੰਦ ਮਹਾਰਾਜ ਕੋਲ ਹੀ ਜਾ ਰਿਹਾ, ਰੂਪੇ ਨਗਰ ਦੇ ਵਿੱਚ ਜਾ ਰਿਹਾ। ਕਹਿੰਦਾ ਉਹ ਥਾਂ ਪਤਾ ਦੱਸ ਗਿਆ ਕਿ ਗੁਰੂ ਹਰਗੋਬਿੰਦ ਮਹਾਰਾਜ ਕੋਲ ਘੋੜੇ ਲੈ ਕੇ ਗਿਆ। ਹੁਣ ਮੈਂ ਸਵੇਰੇ ਫੌਜਾਂ ਚਾੜਨੀਆਂ, ਕਹਿ ਗੁਰ ਗਹੋਂ, ਜਾਂ ਤੇ ਮੈਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਫੜ ਲਵਾਂਗਾ, ਕਹਿ ਗੁਰ ਮਾਰੋਂ, ਤੇ ਜਾਂ ਮੈਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਖਤਮ ਕਰਾਂਗਾ। ਮੁਝ ਤੇ ਤਰਾਸ ਨਹੀਂ ਕਬ ਕਰ। ਕਿ ਮੈਂ ਸਮੇਂ ਦਾ ਬਾਦਸ਼ਾਹ ਹਾਂ, ਕੋਈ ਮਾੜੀ ਮੋਟੀ ਗੱਲ ਹੈ ਕਿਸੇ ਸਲਤਨਤ ਦੇ ਬਾਦਸ਼ਾਹ ਹੋਣਾ, ਤੇ ਗੁਰੂ ਹਰਗੋਬਿੰਦ ਮਹਾਰਾਜ ਮੇਰਾ ਰੱਤਾ ਭਰ ਵੀ ਡਰ ਨਹੀਂ ਮੰਨਦੇ। ਲੜਨ ਹੇਤ ਸਭ ਥਲ ਅਰ ਪਰ। ਤੇ ਸਾਰੀਆਂ ਥਾਵਾਂ ਤੇ ਲੜਨ ਵਾਸਤੇ ਤਿਆਰ ਹੀ ਰਹਿੰਦੇ ਨੇ। ਜਿੱਥੇ ਕੋਈ ਗੱਲ ਹੋ ਜਾਂਦੀ, ਪਹਿਲਾਂ ਵੀ ਜੰਗ ਕੀਤੇ ਇਹਨਾਂ ਨੇ 2 ਹੁਣ ਤੱਕ, ਭਾਵ ਜਦੋਂ ਕੋਈ ਗੱਲ ਹੁੰਦੀ ਲੜਾਈ ਲਈ ਤਿਆਰ ਹੀ ਰਹਿੰਦੇ ਨੇ। ਬਾਦਸ਼ਾਹ ਦੇ ਨਾਲ ਟੱਕਰ ਲੈਣੀ ਬੰਦਾ 100 ਵਾਰ ਸੋਚਦਾ ਹੈ, ਪਰ ਕਹਿੰਦਾ ਵੀ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਵੀ ਕੋਈ ਗੱਲ ਹੁੰਦੀ, ਜੇ ਇਹਨਾਂ ਨੂੰ ਕਹੀ ਅਸੀਂ ਜੰਗ ਕਰਾਂਗੇ, ਅਸੀਂ ਆਹ ਕਰਾਂਗੇ, ਤਿਆਰ ਹੀ ਰਹਿੰਦੇ ਨੇ। ਮੈਂ ਇੱਕ ਗੱਲ ਕਹਾਂ ਕਿ ਗੁਰਮੁਖੋ, ਇਹ ਸਿਰਫ ਖਾਲਸੇ ਦੇ ਹਿੱਸੇ ਵਿੱਚ ਆਉਂਦਾ ਹੈ, ਸਮੇਂ ਦੀਆਂ ਹਕੂਮਤਾਂ ਨਾਲ ਟੱਕਰਾਂ ਲੈਣੀਆਂ। ਕਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਬਾਬਰ ਨਾਲ ਸਿੱਧੀ ਟੱਕਰ ਲਈ ਸੀ ਕਿ ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਕਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਇਹੀ ਕਿਹਾ ਸੀਗਾ ਸਮੇਂ ਦੇ ਬਾਦਸ਼ਾਹ ਨੂੰ। ਸੋ ਇਸ ਤਰ੍ਹਾਂ ਜੋ ਵੀ ਕਦੀ ਜਹਾਂਗੀਰ ਹੈ ਜਾਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਇਹਨੂੰ ਕਹਿੰਦੇ ਪਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰੰਗਜ਼ੇਬ ਨੂੰ ਸਿੱਧੀ ਟੱਕਰ ਲੈਂਦੇ ਨੇ। ਜੇ ਅੱਜ ਵੀ ਅਸੀਂ ਦੇਖਦੇ ਹਾਂ ਸਮੇਂ ਦੀ ਸਰਕਾਰ ਨੂੰ, ਇੱਕ ਖਾਲਸਾ ਹੀ ਟੱਕਰਿਆ, ਅੱਜ ਤੱਕ ਕੋਈ ਟੱਕਰਿਆ ਨਹੀਂ ਜਿਹੜਾ ਸਾਹਮਣੇ ਹੋ ਕਰਕੇ ਕਵੇ ਵੀ ਆ ਜਾਓ ਜੰਗ ਮੈਦਾਨ 'ਚ। ਸੋ ਇਹ ਸਿਰਫ ਖਾਲਸੇ ਦੀ ਝੋਲੀ ਵਿੱਚ ਇਹ ਬਰਕਤਾਂ ਪਈਆਂ। ਤੇ ਆਪਣੀ ਜ਼ੁਬਾਨੀ ਬਾਦਸ਼ਾਹ ਕਹਿ ਰਿਹਾ, ਕਹਿੰਦਾ ਵੀ ਕੋਈ ਨਹੀਂ ਅੱਜ ਤੱਕ ਮੈਨੂੰ ਮਿਲਿਆ ਜਿਹੜਾ ਕਵੇ ਵੀ ਮੈਂ ਤਿਆਰ ਹਾਂ ਜੰਗ ਕਰਨ ਵਾਸਤੇ। ਇੱਕ ਗੁਰੂ ਹਰਗੋਬਿੰਦ ਮਹਾਰਾਜ ਨੇ ਜਦੋਂ ਕੋਈ ਗੱਲ ਹੁੰਦੀ ਹੈ ਇਹ ਜੰਗ ਕਰਨ ਵਾਸਤੇ ਤਿਆਰ ਹੀ ਰਹਿੰਦੇ ਹਨ। ਅਬ ਕੇ ਲਸਕਰ ਲੈ ਕਰ ਭਾਰਾ। ਪਰ ਕਹਿੰਦਾ ਠੀਕ ਹੈ, ਪਹਿਲਾਂ 2 ਜੰਗ ਹੋਏ ਨੇ, ਅਸੀਂ ਹਾਰ ਗਏ ਹਾਂ, ਮੰਨਦੇ ਹਾਂ ਅਸੀਂ, ਪਰ ਇਸ ਵਾਰ ਮੈਂ ਬੜਾ ਭਾਰੀ ਲਸ਼ਕਰ ਲੈ ਕੇ ਪੂਰੀ ਤਿਆਰੀ ਦੇ ਨਾਲ ਐਨ ਵੱਡੇ ਸੂਰਮੇ ਲੈ ਕੇ ਜਾਵਾਂਗਾ। ਗਹੋਂ ਕੇ ਮਾਰੋ ਬਨੋ ਸੁਖਾਰਾ। ਜਾਂ ਤਾਂ ਫਿਰ ਮੈਂ ਪਕੜ ਲਵਾਂਗਾ ਜਾਂ ਖਤਮ ਕਰ ਦਵਾਂਗਾ, ਇਹਨਾਂ ਦੋਨਾਂ ਚੋਂ ਜਿਹੜਾ ਕੰਮ ਸੌਖਾ ਹੋ ਗਿਆ ਕਰਾਂਗਾ। ਇਤਿਆਦਿਕ ਬਕਬਾਦ ਕਰੰਤਾ। ਇਸ ਤਰ੍ਹਾਂ ਆਪਣੇ ਦਰੋਗੇ ਦੇ ਨਾਲ ਜਾਂ ਹੋਰ ਜਿਹੜੇ ਕੋਈ 2-4 ਖੜੇ ਸਨ ਅਹਿਲਕਾਰ, ਉਹਨਾਂ ਦੇ ਨਾਲ ਬਕਬਾਦ ਕਰੰਤਾ, ਇਹਦਾ ਅਰਥ ਆਪਾਂ ਸਮਝਦੇ ਬਕਵਾਸ ਕਰਨਾ। ਇਸ ਤਰ੍ਹਾਂ ਦੇ ਸ਼ਬਦ ਕਹਿ ਰਿਹਾ, ਮੈਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਫੜ ਲੈਣਾ, ਮੈਂ ਉਹਨਾਂ ਨੂੰ ਖਤਮ ਕਰ ਦੇਣਾ ਹੈ। ਜਿਵੇਂ ਬੌਂਦਲਿਆ ਹੋਇਆ ਮਨੁੱਖ ਗੱਲਾਂ ਕਰਦਾ ਹੈ, ਇਸ ਤਰ੍ਹਾਂ ਇਹ ਗੱਲਾਂ ਕਰ ਰਿਹਾ ਹੈ। ਰਿਸ ਅਗਨੀ ਤੇ ਮਨੋ ਜਰੰਤਾ। ਤੇ ਮਨੋਂ ਈਰਖਾ ਦੀ ਅੱਗ ਦੇ ਨਾਲ, ਕ੍ਰੋਧ ਦੀ ਅੱਗ ਦੇ ਨਾਲ ਬਿਲਕੁਲ ਸੜਿਆ ਬਲਿਆ ਪਿਆ ਹੈ। ਸਭ ਲੋਕਨ ਕੋ ਕਹਿਓ ਸਿਧਾਵੋ। ਇਸ ਤਰ੍ਹਾਂ ਸਾਰਿਆਂ ਨੂੰ ਕਹਿਣ ਲੱਗਾ ਹੈ ਕਿ ਤੁਸੀਂ ਜਾਓ ਤੇ ਜਾ ਕਰਕੇ ਆਰਾਮ ਕਰ ਲੈਣਾ ਕਰੋ। ਪ੍ਰਾਤ ਹੋਤ ਤਿਆਰੀ ਕਰਵਾਵੋ। ਤੇ ਸਵੇਰ ਹੁੰਦੇ ਸਾਰੀ ਤਿਆਰੀ ਕਰਵਾ ਦਿਓ, ਤੇ ਨਗਾਰਾ ਵੱਜੇਗਾ ਤੇ ਸਾਰਿਆਂ ਨੇ ਕੂਚ ਕਰ ਦੇਣਾ। ਹਿਮ ਸੁਨ ਗਮਨੇ ਸਭ ਨਿਜ ਧਾਮੂ। ਇਸ ਤਰ੍ਹਾਂ ਸੁਣ ਕਰਕੇ ਸਾਰੇ ਜਿਤਨੇ ਵੀ ਇਹਦੇ ਕੋਲ ਕੋਈ ਦਰੋਗਾ, ਕੋਈ ਵਜ਼ੀਰ, ਕੋਈ ਸਿਪਾਹੀ ਜਾਂ ਕੋਈ ਪਹਿਰੇਦਾਰ ਖੜਾ ਸੀ, ਉਹ ਹੁਕਮ ਪਾ ਕਰਕੇ ਆਪੋ ਆਪਣੇ ਥਾਂ ਨੂੰ
ਕੋਈ ਆਪਣੇ ਘਰਾਂ ਨੂੰ ਤੁਰ ਪਿਆ, ਕੋਈ ਜਿੱਥੇ ਉਹਦਾ ਟਿਕਾਣਾ ਸੀ ਉਧਰ ਨੂੰ ਤੁਰ ਪਿਆ ਹੈ। ਪਰੇ ਸੁਪਤ ਹੋਏ ਕੀਨ ਆਰਾਮੂ, ਤੇ ਸਾਰੇ ਸੁਪੱਟ ਸੂਰਮੇ ਜਿਹੜੇ ਨੇ ਉਹ ਜਾ ਕਰਕੇ ਫਿਰ ਆਰਾਮ ਕਰਨ ਲੱਗੇ। ਇੱਧਰ ਬਾਦਸ਼ਾਹ ਦੀਆਂ ਤਿਆਰੀਆਂ ਹੋ ਗਈਆਂ ਕਿ ਸਵੇਰੇ ਕੂਚ ਕਰ ਦੇਣਾ ਹੈ। ਉਧਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੀ ਤਿਆਰੀ ਹੈ ਕਿ ਫੌਜਾਂ ਹੁਣ ਵੀ ਆਈਆਂ ਤੇ ਫੌਜਾਂ ਹੁਣ ਵੀ ਆਈਆਂ। ਉਧਰ ਵੀ ਸੂਰਮੇ ਤਿਆਰ, ਇੱਧਰ ਵੀ ਸੂਰਮੇ ਜਿਹੜੇ ਤਿਆਰ ਬਰ ਤਿਆਰ ਨੇ। ਬਸ ਫਰਕ ਇੰਨਾ ਕੁ ਹੈ, ਇੱਧਰਲੇ ਸੂਰਮਿਆਂ ਨੂੰ ਆਪਣੀਆਂ ਫੌਜਾਂ, ਆਪਣੇ ਬਲ ਜਾਂ ਬਾਦਸ਼ਾਹ ਨੂੰ ਫੌਜਾਂ 'ਤੇ ਮਾਣ ਹੈ। ਉਧਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਅਕਾਲ ਪੁਰਖ ਪਰਮੇਸ਼ਰ ਦਾ ਭਰੋਸਾ, ਅਕਾਲ ਪੁਰਖ ਪਰਮੇਸ਼ਰ 'ਤੇ ਮਾਣ ਹੈ। ਇੰਝ ਭਾਰੀ ਮਹਾਰਾਜ ਕਾ ਜੰਗ ਜਿਹਨੂੰ ਆਪਾਂ ਕਹਿੰਦੇ ਆ, ਇਹ ਭਾਰੀ ਯੁੱਧ ਬਿਲਕੁਲ ਤਿਆਰੀਆਂ 'ਤੇ ਜਿਹੜਾ ਪ੍ਰਾਰੰਭ ਹੋਣ ਲੱਗਾ। ਪਰ ਜਿਸ ਅਕਾਲ ਪੁਰਖ ਦਾ ਆਸਰਾ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਨੇ ਪਕੜਿਆ, ਆਓ ਕੁਝ ਸਮਾਂ ਕਰਤੇ ਪਰਮੇਸ਼ਰ ਦੀ ਸਿਫਤ ਕਰਦਿਆਂ, ਵਾਹਿਗੁਰੂ ਮੰਤਰ ਸਿਮਰਨ ਦੇ ਨਾਲ ਜੁੜਦਿਆਂ ਪਿਆਰ ਸਹਿਤ ਆਖੀਏ, ਹੋਈਆਂ ਭੁੱਲਾਂ ਦੀ ਖਿਮਾ ਸਹਿਬ ਪਾਤਸ਼ਾਹ ਸਮਤ ਬਖਸ਼ਣ। ਆਓ ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।